दे ठांडे दरबार, तुझ बिना सुरत करै को मेरी, दर्शन दीजै खोल किवार। तुझ बिना सुरत करै को मेरी, दर्शन दीजै खोल किवार। सतनाम श्री वाहिगुरु साहिब जीओ। वडहंस महला चौथा। हर सतगुर हर सतगुर मेल, हर सतगुर चरण हम पाया राम। तिमर अज्ञान गवाया, गुर ज्ञान अंजन गुर पाया राम। हर सतगुर हर सतगुर मेल, हर सतगुर चरण हम पाया राम। तिमर अज्ञान गवाया, गुर ज्ञान अंजन गुर पाया राम। गुर ज्ञान अंजन सतगुरु पाया, अज्ञान अंधेर बिनासे। सतगुर सेव परम पद पाया, हर जपया सास गिरासे। जिन काओ हर प्रभ कृपा धारी, ते सतगुर सेवा लाया। हर सतगुर मेल, हर सतगुर चरण हम पाया। जिन को हर प्रभ कृपा धारी, ते सतगुर सेवा लाया। हर सतगुर मेल, हर सतगुर चरण हम पाया। वाहिगुरु जी का खालसा, वाहिगुरु जी की फतेह। सतगुरु पातशाह साहब जी दे पावन दरबार दीयां हाज़रियां भरदियां गुरु पातशाह साहब जी दे अपने ही निज पावन स्वरूप शब्द नाल चित ला के जद आप सावधान ते एकाग्र चीत होए जुड़ मिल बैठे हो, पातशाह गुरुदेव जी दियां बेअंत महरहमतां ते वडियाइयां जो सत संगत विच सदा वरतदियां ने, आप उन्हां दे सांझी ते धारणी होए हो। किरपालता करना, अपने निर्मल हिरदे चों अरदास करना जो गुरु पातशाह साहब जी रहमत करना। पावन शब्द दी विचार बोलण दा ताण ਅਤੇ विचार दा प्रवाह बख्शण। एक बार आसीस दिंदियां ਅੰਮ੍ਰਿਤ ਦ੍ਰਿਸ਼ਟੀ ਪਾ ਕੇ ਜਪਣਾ ਜੀ ਸਤਨਾਮ ਸ਼੍ਰੀ ਵਾਹਿਗੁਰੂ।
ਗਰੀਬ ਨਿਵਾਸ ਘਟ ਘਟ ਕੇ ਵਾਸੀ ਸ਼੍ਰੀ ਅਕਾਲ ਪੁਰਖ ਵਾਹਿਗੁਰੂ ਜੀ ਦਾ ਕੋਟਾਨ ਕੋਟ ਸ਼ੁਕਰਾਨਾ ਹੈ, ਜੋ ਸੱਚੇ ਪਾਤਸ਼ਾਹ ਸਾਹਿਬ ਜੀ ਨੇ ਕਿਰਪਾ ਕੀਤੀ ਹੈ। ਸੰਪੂਰਨ ਰਹਿਣ ਆਪਣੇ ਪਿਆਰ ਅਤੇ ਭਾਣੇ ਵਿੱਚ ਬਤੀਤ ਕਰਾਈ ਹੈ। ਅੰਮ੍ਰਿਤ ਵੇਲੇ ਦੀ ਜਾਗ ਬਖਸ਼ਿਸ਼ ਕੀਤੀ ਤੇ ਇਸ ਵਕਤ ਆਪਣੇ ਹੀ ਪਾਵਨ ਦਰਬਾਰ ਦੀ ਹਾਜ਼ਰੀ ਭਰਨ ਦਾ ਸੁਭਾਗ ਬਖਸ਼ੇ। ਹਰ ਰੋਜ਼ ਦੀ ਤਰ੍ਹਾਂ ਸਾਡੇ ਵਾਸਤੇ ਫਿਰ ਬਖਸ਼ਿਸ਼ ਦਾ ਦਰ ਖੋਲ੍ਹਿਆ ਤੇ ਮਹਾਰਾਜ ਨੇ ਸਾਨੂੰ ਅੱਜ ਅਰਦਾਸ ਕਰਨ ਦੀ ਜੁਗਤ ਬਖਸ਼ਿਸ਼ ਕੀਤੀ ਹੈ। ਅਸੀਂ ਕਿਤੇ ਹਿਰਦੇ ਕਰਕੇ ਕਹਿ ਸਕੀਏ, ਦਾਤਾ ਤੁਸੀਂ ਤੇ ਦਾਤੇ ਹੋ, ਤੂੰ ਪ੍ਰਭ ਦਾਤਾ ਦਾਨ ਮਤ ਪੂਰਾ, ਹਮ ਥਾਰੇ ਭਿਖਾਰੀ ਜੀਓ। ਮਹਾਰਾਜ ਅਸੀਂ ਇਸ ਦਰ ਦੇ ਭਿਖਾਰੀ ਹਾਂ, ਆਪ ਦੇ ਦਰ ਦੇ ਨਿੱਕੇ ਨਿੱਕੇ ਮੰਗਤੇ। ਭਾਵੇਂ ਬਾਹਰ ਦੁਨੀਆ ਦੇ ਵਿੱਚ ਕਿਸੇ ਦੇ ਕੋਲ ਕਿਤਨਾ ਵੱਡਪਣ ਹੋਵੇਗਾ, ਉਹ ਮੁਬਾਰਕਾਂ ਨੇ, ਪਰ ਚੇਤਾ ਰੱਖੀ ਦਿੱਤਾ ਤੇ ਸਾਹਿਬ ਦਾ ਹੀ ਹੈ ਨਾ। ਇਹ ਦਾਤ ਸਾਹਿਬ ਨੇ ਦਿੱਤੀ ਹੈ। ਇਤਿਹਾਸ ਸਾਡੇ ਕੋਲ ਐਸੇ ਬਹੁਤ ਪ੍ਰਮਾਣ ਨੇ ਜਿਨ੍ਹਾਂ 'ਚ ਵੇਖਣ ਨੂੰ ਮਿਲਦਾ ਹੈ ਕਿ ਬਹੁਤ ਯੋਗ ਵਿਅਕਤੀ ਕਈ ਵਾਰ ਬਹੁਤ ਅਮੀਰੀ ਤੇ ਪ੍ਰਬੰਧਾਂ ਤੋਂ ਸੱਖਣੇ ਰਹਿ ਜਾਂਦੇ ਨੇ, ਤੇ ਦੂਜੇ ਪਾਸੇ ਇੱਕ ਸਧਾਰਨ ਵਿਅਕਤੀ ਵੀ ਬੜੀਆਂ ਉਚਾਈਆਂ ਛੂਹ ਲੈਂਦਾ ਹੈ। ਇਸ ਕਰਕੇ ਅਸਾਂ ਜਿੰਨੀ ਕੁ ਸਾਨੂੰ ਹਿਕਮਤ, ਯੋਗ, ਮਤ, ਗਿਆਨ, ਬੁੱਧ ਸਾਨੂੰ ਪ੍ਰਾਪਤ ਹੋਇਆ ਦੀ ਸਹੀ ਵਰਤੋਂ ਕਰੀਏ। ਸਹੀ ਵਰਤੋਂ ਕਰਦੇ ਹੋਏ ਵੀ ਅਰਦਾਸ ਕਰੇ, ਸੱਚੇ ਪਾਤਸ਼ਾਹ ਇਹ ਸਭ ਆਪ ਜੀ ਕੀ ਰਹਿਮਤ ਹੈ, ਦਾਤ ਹੈ, ਨਹੀਂ ਤੇ ਮੇਰੇ ਵਰਗੇ ਹੋਰ ਬਹੁਤ ਤੋੜਨਗੇ, ਪਰ ਆਪ ਨੇ ਫਿਰ ਵੀ ਮਾਣ ਦਿੱਤਾ ਹੈ, ਪਿਆਰ ਦਿੱਤਾ ਹੈ। ਬਸ ਇਹੀ ਸਾਨੂੰ ਵਡੇਰਿਆਂ ਤੋਂ ਸੰਸਕਾਰਾਂ ਦੇ ਰੂਪ 'ਚ ਮਿਲੇ। ਆਪਾਂ ਕਦੇ ਕਦੇ ਕਹਿੰਦੇ ਨਾ, ਪੜ੍ਹਦੇ ਹਾਂ ਵੀ ਸੰਸਕਾਰ ਕੀ ਹੁੰਦੇ ਨੇ। ਗੁਰਸਿੱਖੀ ਦੇ ਸੰਸਕਾਰ ਇਹ ਨੇ, ਸਭ ਕੁਛ ਮਿਲੇ ਫਿਰ ਵੀ ਕਹਿਣਾ ਦਾਤਾ ਤੇਰਾ ਹੈ। ਭਾਵੇਂ ਅਸੀਂ ਤਮਾਮ ਟੀਕਾ ਟਿੱਪਣੀ ਇਤਿਹਾਸਕਾਰਾਂ ਦੇ ਕੋਲੋਂ ਪੜ੍ਹਦੇ ਸੁਣਦੇ ਰਹਾਂਗੇ, ਪਰ ਮਹਾਰਾਜਾ ਰਣਜੀਤ ਸਿੰਘ ਜੀ ਵੀ ਇਹ ਕਹਿੰਦੇ ਸੀ ਕਿ ਰਾਜ ਖਾਲਸੇ ਦਾ ਹੈ, ਇਹ ਰਾਜ ਗੁਰੂ ਦਾ ਹੈ, ਮੈਨੂੰ ਤੇ ਸੇਵਾ ਮਿਲੀ ਹੈ। ਰਹਿਤਨਾਮੇ ਦੇ ਵਿੱਚ ਵੀ ਐਸੇ ਜ਼ਿਕਰ ਨੇ ਕਿ ਸਭ ਕੁਝ ਕਿਸੇ ਸਿੱਖ ਹੋਵੇ, ਧੀਆਂ ਪੁੱਤਰ ਭੈਣ ਭਰਾ ਪਰਿਵਾਰ ਭਰਪੂਰ ਹੋਵੇ, ਉਹਦਾ ਧਨ ਵੀ ਭਰਪੂਰ ਹੋਵੇ, ਤੇ ਜੇ ਕੋਈ ਪੁੱਛੇ ਵੀ ਸਭ ਕੀ ਹੈ, ਤੇਰੇ ਕੋਲ ਧਨ ਵੀ ਪੂਰਾ ਹੈ, ਤੇਰੇ ਕੋਲ ਪਰਿਵਾਰ ਦੇ ਸੁੱਖ ਵੀ ਪੂਰੇ ਨੇ, ਤੇ ਫਿਰ ਜਵਾਬ ਦੇਵੇ ਸਭ ਦਾਤ ਗੁਰੂ ਕੀ। ਇਹ ਭਾਈ ਜੋ ਸੋਹਣਾ ਪਰਿਵਾਰ ਹੈ, ਇਹ ਵੀ ਗੁਰੂ ਕੀ ਕਿਰਪਾ ਦੇ ਸਦਕੇ ਪਰਿਵਾਰ ਮਿਲਦਾ। ਯਾਦ ਰੱਖਣਾ, ਪਰਿਵਾਰ ਮਿਲਣਾ ਤੇ ਪਰਿਵਾਰ ਦਾ ਚੰਗਾ ਹੋਣਾ ਇਹ ਸਾਡੇ ਵਾਸਤੇ ਨਹੀਂ ਹੈ ਨਾ। ਅਸੀਂ ਚਲੋ ਮੰਨ ਲਿਆ ਖੁਦ ਚੰਗੇ ਹੋ ਸਕਦੇ ਹਾਂ, ਪਰ ਸਾਰਿਆਂ ਨੂੰ ਚੰਗੇ ਥੋੜ੍ਹਾ ਬਣਾ ਲਵਾਂਗੇ। ਪਰ ਸਾਰੇ ਦੇ ਸਾਰੇ ਚੰਗੇ ਮਿਲਣ, ਇੱਕ ਪਰਿਵਾਰ ਖੁਸ਼ਨੁਮਾ ਹੋਵੇ, ਇਹ ਦਾਤ ਹੀ ਹੈ। ਔਰ ਇਹ ਭਾਗਾਂ ਵਾਲੇ ਹੀ ਨੇ ਕਿ ਜਿਹੜੇ ਪਰਿਵਾਰ ਦੇ ਸਾਰੇ ਜੀਅ ਇਕੱਠੇ ਬੈਠ ਕੇ ਅੱਜ ਦੇ ਸੰਦਰਭ 'ਚ ਕਿਸੇ ਦਿਨ ਰੋਟੀ ਖਾਂਦੇ ਹੋਣ, ਇਕੱਠੇ ਬੈਠੇ ਤੇ ਹੱਸਦੇ ਹੋਣ। ਨਹੀਂ ਤੇ ਬਹੁਤਿਆਂ ਦੇ ਮੂੰਹ ਵੱਟੇ ਹੁੰਦੇ ਨੇ, ਬੈਠੇ ਤੇ ਹੁੰਦੇ ਨੇ ਇਕੱਠੇ, ਪਰ ਇਕੱਠੇ ਨਹੀਂ ਹੁੰਦੇ। ਗੁਰਦੇਵ ਕਿਰਪਾ ਕਰ ਸਾਨੂੰ ਉਹਨਾਂ ਪਰਿਵਾਰ 'ਚ ਸ਼ਮੂਲੀਅਤ ਹੋਣ ਦਾ ਮਾਣ ਮਿਲੇ। ਭਾਵੇਂ ਕਿਰਤ ਵਿਹਾਰ ਕਰਕੇ ਕੋਈ 10 ਮੀਲ 100 ਮੀਲ 1000 ਮੀਲ ਵੀ ਦੂਰ ਬੈਠਾ ਹੋਵੇ, ਪਰ ਸਾਡੇ ਨਾਲ ਮਿਲਿਆ ਹੋਵੇ, ਮਹਿਸੂਸ ਹੋਏ ਪਏ ਅਸੀਂ ਇੱਕ ਦੂਜੇ ਤੋਂ ਵੱਖ ਨਹੀਂ ਹਾਂ, ਅਸੀਂ ਇਕੱਠੇ ਹਾਂ। ਇਸ ਕਰਕੇ ਕਹਿਣ ਲੱਗੇ, ਅਸੀਂ ਕਹਿੰਦੇ ਰਹੀਏ, ਹਮ ਤੂੰ ਪ੍ਰਭ ਦਾਤਾ ਦਾਨ ਮਤ ਪੂਰਾ, ਹਮ ਥਾਰੇ ਭਿਖਾਰੀ ਜੀ। ਮਹਾਰਾਜ ਅਸੀਂ ਤੇਰੇ ਦਰ ਦੇ ਭਿਖਾਰੀ ਹਾਂ। ਸ਼ਾਇਦ ਇਹ ਕੋਟੇਸ਼ਨ ਅੱਜ ਕਈ ਵਾਰ ਅਸੀਂ ਤੁਕਾਂ ਜਿਹਨੂੰ ਅਸੀਂ ਕਦੇ ਕਦੇ ਮਾੜਾ ਵੀ ਕਹਿਦੇ ਨੇ ਕਿ ਸਾਡਾ ਜੋ ਸੋਸ਼ਲ ਮੀਡੀਆ ਹੈ ਉਹ 'ਤੇ ਗੱਲ ਵਿਚਰਦੀ ਹੈ ਨਾ ਕਿ ਜੇ ਦਿਨ ਭਰ ਤੂੰ ਰਾਜਾ ਬਣ ਕੇ ਵਿਚਰਨਾ ਹੈ ਤੇ ਆਪਣੇ ਗੁਰੂ ਦੇ ਸਨਮੁਖ ਭਿਖਾਰੀ ਬਣ ਜਾ। ਜੇ ਤੂੰ ਸਵੇਰੇ ਆਪਣੇ ਗੁਰੂ ਦੇ ਸਨਮੁਖ ਭਿਖਾਰੀ ਵਾਂਗ ਬੈਠ ਜਾਏਗਾ ਤੇ ਦਿਨ ਭਰ ਰਾਜੇ ਵਾਂਗ ਵਰਤ ਜਾਏਗਾ। ਤੇ ਜੇ ਤੂੰ ਉੱਠਦਾ ਹੀ ਆਕੜ ਕੇ ਬੈਠ ਗਿਆ ਤੇ ਹੋ ਸਕਦਾ ਦਿਨ ਭਰ ਤੈਨੂੰ ਭਿਖਾਰੀਆਂ ਵਾਂਗ ਝੁਕਣਾ ਪਵੇ। ਅਸੀਂ ਇਸ ਮੁਕਾਮ 'ਤੇ ਪਹੁੰਚ ਸਕੀਏ ਜਿੱਥੇ ਜਾ ਕੇ ਸਤਿਗੁਰੂ ਮਿਲਦੇ ਨੇ,
ਦਾਨ ਮਿਲਦਾ ਹੈ, ਆਨੰਦ ਮਿਲਦਾ ਹੈ, ਗਿਆਨ ਮਿਲਦਾ ਹੈ, ਪ੍ਰਾਪਤੀਆਂ ਆਉਂਦੀਆਂ ਨੇ। ਅਸੀਂ ਵੀ ਕਿਸੇ ਰਸ ਨੂੰ ਮਾਣ ਸਕੀਏ। ਪਦਾਰਥ ਸਾਡੇ ਕੋਲ ਹੈਗੇ ਨੇ, ਖਾਣ ਪੀਣ ਹੰਡਾਉਣ ਜੋਗੇ ਗੁਜ਼ਾਰਾ ਮਿਲਦਾ, ਚੱਲਦਾ, ਸਭ ਦਾ ਚੱਲਦਾ ਹੈ। ਪਰ ਅਸੀਂ ਉਸ ਮੁਕਾਮ ਨੂੰ, ਉਸ ਆਨੰਦ ਨੂੰ ਮੰਨਣਾ ਚਾਹੁੰਦੇ ਹਾਂ ਜਿਹਦੀ ਦਾਤ ਸਤਿਗੁਰੂ ਦੱਸਦੇ ਨੇ। ਅਤੇ ਫਿਰ ਕੀ ਕਰੀਏ? ਸਾਡੇ ਅੰਦਰ ਕਿਹੋ ਜਿਹੀ ਅਰਦਾਸ, ਅਤੇ ਅਰਦਾਸ ਦੇ ਨਾਲ ਨਾਲ ਉਹ ਸੰਕਲਪਿਤ ਭਾਵਨਾਵਾਂ ਸਾਡੀਆਂ ਕਿਹੋ ਜਿਹੀਆਂ ਬਣਨ। ਇਹ ਸ਼ਬਦ ਜੋ ਅਸੀਂ ਲੜੀਵਾਰ ਪੜ੍ਹਦੇ ਹਾਂ, ਇਹ ਇਹਨਾਂ ਦੀ ਵਿਆਖਿਆ ਹੌਲੀ ਹੌਲੀ ਕਰਦੇ ਨੇ। ਅੱਜ ਮਹਾਰਾਜ ਚੌਥੇ ਪਾਤਸ਼ਾਹ ਸਾਹਿਬ ਦਾ ਬਚਨ ਦਾ ਅਗਲਾ ਸ਼ਬਦ ਅਸੀਂ ਆਰੰਭ ਕਰਦੇ ਹਾਂ। ਹਰ ਸਤਿਗੁਰ ਮੇਲ, ਹਰ ਸਤਿਗੁਰ ਚਰਨ ਹਮ ਪਾਇਆ। ਇੱਕ ਤਾਂ ਇੱਥੇ ਹੋਰ ਗੱਲ ਸਮਝ ਲਈਏ, ਗਿਆਨ ਦੇ ਪਹਿਲੇ ਪੜਾਵ 'ਤੇ ਰੱਬ ਅਤੇ ਗੁਰੂ ਅਲੱਗ-ਅਲੱਗ ਹੁੰਦੇ ਨੇ। ਜਦੋਂ ਅਸੀਂ ਗਿਆਨ ਖੰਡ 'ਚ ਪ੍ਰਵੇਸ਼ ਕਰਦੇ ਹਾਂ ਨਾ, ਅਤੇ ਪੜਾਵ ਦਰ ਪੜਾਵ ਸੋਝੀ ਪ੍ਰਾਪਤ ਹੁੰਦੀ ਹੈ। ਜਿਉਂ-ਜਿਉਂ ਉਚਾਈ ਮਿਲੇਗੀ ਤਿਉਂ-ਤਿਉਂ ਅਨੁਭਵ ਬਦਲਦਾ ਚਲਾ ਜਾਏਗਾ। ਔਰ ਹੋ ਸਕਦਾ ਹੈ ਕੁਝ ਦੂਰੀ 'ਤੇ ਜਾ ਕੇ ਤੁਸੀਂ ਖੁਦ ਕਹਿ ਦਿਓ ਕਿ ਜੋ ਪਹਿਲਾਂ ਗਿਆਨ ਪ੍ਰਾਪਤ ਹੋਇਆ ਸੀ ਉਹ ਗਲਤ ਸੀ। ਲੋਕ ਇੱਦਾਂ ਕਹਿਣ ਲੱਗ ਪੈਂਦੇ ਨੇ। ਬਹੁਤ ਸਾਰੇ ਅੱਜ ਕੱਲ੍ਹ ਆਲੇ ਦੁਆਲੇ ਅਸੀਂ ਗਿਆਨੀਆਂ ਨੂੰ ਦੇਖਾਂਗੇ ਜਿਹਨਾਂ ਨੂੰ ਥੋੜ੍ਹੀ ਜਿਹੀ ਉਚਾਈ ਮਿਲੀ, ਸੋਝੀ ਪ੍ਰਾਪਤ ਹੋਈ, ਅਤੇ ਕਹਿਣ ਲੱਗ ਪਏ ਨਹੀਂ ਪਹਿਲਾਂ ਗਲਤ ਸਾਂ, ਨਹੀਂ ਪਹਿਲਾਂ ਗਲਤ ਨਹੀਂ ਸਾਂ। ਉਸ ਦਾ ਤਜਰਬਾ ਹੀ ਉਹ ਨਾ ਕਹਿ ਮੰਨ ਲਿਆ। ਉਸ ਨੂੰ ਸਮਝਣਾ ਹੋਵੇ ਤਾਂ ਅਸੀਂ ਤਾਂ ਸਮਝਦੇ ਹੁੰਦੇ ਹਾਂ। ਬੱਚਾ ਪ੍ਰਾਇਮਰੀ 'ਚ ਪੜ੍ਹਦਾ ਹੈ, ਉਹਦਾ ਤਜਰਬਾ ਉਹਨਾਂ ਕੀ ਹੋਵੇਗਾ ਨਾ, ਅਤੇ ਗਲਤ ਥੋੜ੍ਹਾ ਹੈ। ਠੀਕ ਹੈ, ਜਿਸ ਪੱਧਰ 'ਤੇ, ਜਿਸ ਲੈਵਲ 'ਤੇ ਉਹ ਪੜ੍ਹਦਾ ਹੈ, ਜਿਸ ਸਟੈਂਡਰਡ ਦਾ ਉਹਦਾ ਐਜੂਕੇਸ਼ਨ ਸੈਕਟਰ ਹੈ, ਉੱਥੋਂ ਵਾਸਤੇ ਉਹ ਠੀਕ ਹੈ। ਕੁਝ ਸਾਲਾਂ ਬਾਅਦ ਉਹੀ ਬੱਚਾ ਮਿਡਲ ਚਲਾ ਜਾਂਦਾ ਹੈ, ਅਤੇ ਕੀ ਕਹਿ ਦੇਵੇਗਾ ਨਹੀਂ ਪਿੱਛੇ ਗਲਤ ਸੀ, ਮੈਨੂੰ ਗਲਤ ਪੜ੍ਹਾਇਆ ਗਿਆ। ਨਹੀਂ, ਗਲਤ ਨਹੀਂ ਪੜ੍ਹਾਇਆ ਗਿਆ, ਹੁਣ ਤੈਨੂੰ ਇਹ ਤੋਂ ਅਗਲਾ ਸਟੈਂਡਰਡ ਦਿੱਤਾ ਗਿਆ। ਫਿਰ ਹੌਲੀ ਹੌਲੀ ਸੈਕੰਡਰੀ ਕਰਦਾ ਕਰਦਾ ਮਾਸਟਰ ਹੋ ਜਾਏਗਾ। ਕੁਝ ਸਾਲਾਂ ਬਾਅਦ ਉਹ ਉਸ ਸਬਜੈਕਟ ਦੇ PhD ਕਰ ਰਿਹਾ ਹੋਵੇਗਾ, ਅਤੇ ਹੋ ਸਕਦਾ ਹੈ ਜਿਨ੍ਹਾਂ ਥਿਊਰੀਆਂ 'ਤੇ ਉਹਨੇ ਪੜ੍ਹਾਈ ਕੀਤੀ ਹੈ, PhD ਕਰਦਾ ਕਰਦਾ ਉਸ ਥਿਊਰੀ ਨੂੰ ਕੱਟ ਦੇਵੇ। ਸੰਭਵ ਹੈ। ਅਤੇ ਕੀ ਫਿਰ ਵੀ ਕਹਿ ਦੇਗਾ ਮੈਨੂੰ ਪ੍ਰਾਇਮਰੀ 'ਚ ਗਲਤ ਪੜ੍ਹਾਇਆ? ਨਹੀਂ, ਸਿਆਣਾ ਵਿਅਕਤੀ ਕਹੇਗਾ ਨਹੀਂ, ਉਸ ਵਕਤ ਉਹ ਠੀਕ ਸੀ, ਉਸ ਥਿਊਰੀ 'ਤੇ ਕੰਮ ਕੀਤਾ, ਠੀਕ ਸੀ, ਉਹਦੇ ਸਦਕੇ ਹੀ ਇੱਥੇ ਪਹੁੰਚੇ ਆ। ਇਸ ਕਰਕੇ ਗਲਤ ਕੁਛ ਵੀ ਨਹੀਂ ਜੇ। ਗਲਤ ਸਿਰਫ ਉਹ ਹੁੰਦਾ ਏ ਜਿਹਦੇ ਨਾਲ ਕਿਸ ਦਾ ਦਿਲ ਦੁਖਾਇਆ ਜਾਏ। ਗਲਤ ਉਹ ਹੈ ਜਿਸ ਦੇ ਸਦਕੇ ਕਿਸੇ ਦੇ ਤਨ, ਧਨ ਅਤੇ ਮਨ, ਆਮ ਤੌਰ 'ਤੇ ਕਿਸੇ ਇੱਕ ਵਿਅਕਤੀ ਦੇ ਕੋਲ 3 ਚੀਜ਼ਾਂ ਮੰਨਦੇ ਨਾ, ਇਹਦਾ ਤਨ ਹੈ, ਇਹਦਾ ਮਨ ਹੈ ਅਤੇ ਧਨ ਹੈ। ਜੇ ਗਲਤ ਉਹ ਕਰਤੱਵ ਹੈ ਜਿਸ ਕਰਤੱਵ ਦੇ ਸਦਕੇ ਕਿਸੇ ਦੇ ਤਨ ਦਾ ਨੁਕਸਾਨ ਹੁੰਦਾ ਹੋਵੇ, ਭਾਵ ਕਿਸੇ ਦੇ ਤਨ 'ਤੇ ਸੱਟ ਲੱਗਦੀ, ਜਾਨ ਦਾ ਖਤਰਾ ਹੈ, ਜਿਸ ਕਰਤੱਵ ਕਰਕੇ ਕਿਸੇ ਦੀ ਇੱਜ਼ਤ 'ਤੇ ਖਤਰਾ ਪੈਂਦਾ ਹੈ, ਇੱਜ਼ਤ 'ਤੇ ਦਾਗ ਲੱਗਦਾ ਹੈ, ਇੱਜ਼ਤ ਨੂੰ ਨੁਕਸਾਨ ਹੁੰਦਾ ਹੈ, ਅਤੇ ਜਿਸ ਕਰਤੱਵ ਕਰਕੇ ਕਿਸ ਦਾ ਧਨ ਦਾ ਨੁਕਸਾਨ ਹੁੰਦਾ ਹੈ, ਇਹ 3 ਕਰਤੱਵ ਅਗਰ ਅਸੀਂ ਕਰਦੇ ਹਾਂ ਤਾਂ ਗਲਤ ਹੈ। ਬਾਕੀ ਆਪਣੇ ਤਾਂ ਠੀਕ ਹੈ, ਹੋ ਸਕਦਾ ਹੈ ਮਤਭੇਦ ਹੋਣਗੇ, ਪਰ ਹੌਲੀ ਹੌਲੀ ਜਦੋਂ ਅਸੀਂ ਅੱਗੇ ਚੱਲਾਂਗੇ ਤਾਂ ਪਤਾ ਲੱਗੇਗਾ ਨਹੀਂ, ਇਹ ਮਤਭੇਦ ਵੀ ਸੰਸਾਰ ਦੀ ਪ੍ਰਕਿਰਤੀ ਦਾ ਇੱਕ ਅੰਗ ਹੈ। ਮਤਭੇਦ ਵੀ ਇੱਥੋਂ ਦਾ ਇੱਕ ਬਹੁਤ ਵੱਡਾ ਹਿੱਸਾ ਹੈ ਤਰੱਕੀ ਦਾ। ਪਹਿਲਾਂ ਲੱਗਦਾ ਹੈ ਵੀ ਸਿੱਖ ਅਲੱਗ ਹੈ, ਗੁਰੂ ਅਲੱਗ ਹੈ, ਅਤੇ ਪਰਮਾਤਮਾ ਅਲੱਗ ਹੈ। ਫਿਰ ਲੱਗਦਾ 3 ਪੱਧਰ ਨੇ, 3 ਸਟੈਂਡਰਡ ਨੇ, ਅਲੱਗ-ਅਲੱਗ ਨੇ। ਔਰ ਬਹੁਤੇ ਥਾਵਾਂ 'ਤੇ ਇੱਦਾਂ ਲੱਗਦਾ ਵੀ ਇਤਿਹਾਸ ਸਾਖੀਆਂ 'ਚੋਂ ਕਦੇ ਕਦੇ ਸਾਨੂੰ ਇੱਦਾਂ ਹੀ ਲੱਗਦਾ ਹੈ, ਬਚਨਾਵਲੀਆਂ ਜੋ ਪੜ੍ਹਦੇ ਹਾਂ ਉਹਦੇ ਵਿੱਚ ਵੀ ਕਦੇ ਕਦੇ ਇੱਦਾਂ ਹੀ ਲੱਗਦਾ ਹੈ। ਅਤੇ ਗੁਰੂ ਕਹਿ ਰਹੇ ਨੇ ਸਿੱਖ ਨੂੰ ਵੀ ਤੈਨੂੰ ਪ੍ਰਮਾਤਮਾ ਨਾਲ ਮਿਲਣਾ ਚਾਹੀਦਾ। ਬਾਣੀ ਪੜ੍ਹਦਿਆਂ ਵੀ ਕਦੇ ਕਦੇ ਇੱਦਾਂ ਲੱਗਦਾ ਹੈ। ਪਰ ਜਦੋਂ ਸਿੱਖ ਗੁਰੂ ਦੇ ਇਸ ਬਚਨ ਨੂੰ ਪੜ੍ਹਦਾ ਹੈ, ਸੁਣਦਾ ਹੈ ਅਤੇ ਸਮਝਦਾ ਹੈ, ਅਤੇ ਆਪਣੇ ਗੁਰੂ ਨਾਲ ਮਿਲਦਾ ਹੈ, ਅਤੇ ਫਿਰ ਪਤਾ ਲੱਗਦਾ ਜਿਸ ਨੂੰ ਪ੍ਰਮਾਤਮਾ ਕਰੋ ਅਤੇ ਇਹੀ ਹੈ, ਜਿਸ ਨੂੰ ਪ੍ਰਮਾਤਮਾ ਕਰਨ ਅਤੇ ਇਹੀ ਪ੍ਰਮਾਤਮਾ ਸੀ। ਐਸੇ ਕਰਕੇ ਅੱਜ ਮਹਾਰਾਜ ਨੇ ਜੋੜ ਇਕੱਠਾ ਕੀਤਾ ਹਰ ਸਤਿਗੁਰ। ਜਿਵੇਂ ਇੱਕ ਥਾਂ 'ਤੇ ਪੰਚਮ ਪਾਤਸ਼ਾਹ ਤੱਕ ਬਚਨ ਪੜ੍ਹਦੇ ਹਾਂ, ਉਹ ਵੀ ਸਾਡੇ ਸੰਸਾਰ ਦੇ 2 ਤੱਤਾਂ ਨੂੰ, 2 ਵਿਚਾਰਾਂ ਨੂੰ ਇਕੱਠਿਆਂ ਕਰਦਾ ਹੈ। ਉਹ ਗੁਰ ਸਾਧੂ ਗੁਰ ਸੰਤ ਮਿਲਾਇਆ, ਭਾਗ ਹੋਆ ਗੁਰ ਸੰਤ ਮਿਲਾਇਆ।
ਅਸੀਂ ਵਿਆਖਿਆ ਕਰਦੇ ਕਰਦੇ ਗੁਰੂ ਤੇ ਸੰਤ ਵਿੱਚ ਭੇਤ ਪਾਉਂਦੇ ਹਾਂ। ਅਸੀਂ ਸੰਤ ਕਿਸੇ ਮਨੁੱਖ ਨੂੰ ਵੀ ਕਹਿ ਲੈਂਦੇ ਹਾਂ, ਪਰ ਉਹ ਕਹਿੰਦੇ ਨੇ ਗੁਰ ਸੰਤ। ਜੋ ਦਾਰਸ਼ਨਿਕ ਵਿਆਖਿਆ ਕਰਦੇ ਕਿ ਗੁਰੂ ਹੀ ਸੰਤ ਹੈ, ਸੱਚ ਹੈ, ਗੁਰੂ ਹੀ ਸੰਤ ਹੈ। ਪਤਾ ਕਿਉਂ? ਸੰਤ ਦੇ ਵਿੱਚ ਵੀ ਤੇ ਗੁਰੂ ਹੀ ਹੈ। ਬਾਣੀ ਪੜ੍ਹਦੇ ਫਿਰ ਕਹਿੰਦੇ ਤੁਰਿਆ ਫਿਰਦਾ ਵਿਅਕਤੀ ਜਿਹਨੂੰ ਲੋਕ ਸੰਤ ਕਹਿ ਰਹੇ ਨੇ, ਵਾਕਈ ਸੰਤ ਹੋਵੇ ਤੇ ਕੀ ਕਹੋਗੇ? ਇਹ ਕੋਈ ਸੱਜਣ ਮਿੱਤਰ ਮਿਲ ਜਾਏ, ਵਾਕਈ ਐਕਚੁਅਲੀ ਸੰਤ ਹੋਵੇ, ਤੇ ਮਹਾਰਾਜ ਦਾ ਪਤਾ ਉਹਦੇ ਪ੍ਰਤੀ ਪ੍ਰਭਾਸ਼ਿਤ ਬੋਲ ਕੀ ਹੈ? ਇਹ ਜੋ ਤੁਰਿਆ ਫਿਰ ਰਿਹਾ ਨਾ, ਇਹ ਪ੍ਰਭੂ ਤੇਰਾ ਰੂਪ ਹੈ। ਸੰਤ ਤੁਝੀ ਤਨ। ਜਿਸਨੇ ਪ੍ਰਮਾਤਮਾ ਦੇ ਦੀਦਾਰ ਕਰਨੇ ਨੇ, ਉਸ ਸੰਤ ਦੇ ਦੀਦਾਰ ਕਰ ਲਵੇ, ਕਿਉਂਕਿ ਅਸੀਂ ਤੁਸੀਂ ਤਨ ਦੇ ਦੀਦਾਰ ਹੀ ਕਰ ਪਾ ਰਹੇ ਹਾਂ ਨਾ। ਅਸੀਂ ਤੁਸੀਂ ਇੱਕ ਦੂਜੇ ਦੇ ਮਨ ਦੇ ਦੀਦਾਰ ਥੋੜ੍ਹਾ ਕਰ ਪਾ ਰਹੇ ਹਾਂ। ਇਸੇ ਤਰ੍ਹਾਂ ਗੁਰੂ ਦਾ ਵੀ ਬਹੁਤੇ ਜੋ ਤਨ ਸਰੂਪ ਹੀ ਦੇਖਦੇ ਨਾ, ਜੋ ਗੁਸਤਾਖੀ ਦੀ ਮਾਫੀ ਦਿਓ, ਆਪਾਂ ਇੱਥੇ ਸਰੂਪ ਹੀ ਦੇਖ ਰਹੇ ਹਾਂ ਨਾ, ਗੁਰੂ ਤੇ ਨਹੀਂ ਦੇਖ ਰਹੇ। ਆਪਾਂ ਮੋਟੇ ਮੋਟੇ ਪੱਧਰ ਦੇ ਬਾਹਰਲੇ ਜੋ ਸਧਾਰਨ ਲੋਕ ਨੇ, ਉਹ ਤੇ ਸੁੰਦਰ ਰੁਮਾਲੇ ਚੰਦੋਆ ਚਾਨਣੀ ਹੀ ਦੇਖਦੇ ਨਾ। ਦੂਜੇ ਲੈਵਲ ਦੇ ਲੋਕ ਹੁੰਦੇ ਨੇ, ਉਹ ਸਰੂਪ ਦੇਖਦੇ ਨੇ, ਉਹ ਫਿਰ ਬਹਿਸਾਂ ਕਰਦੇ ਨੇ, ਆਹ ਸਰੂਪ ਤੇ ਆਹ ਸਰੂਪ ਹੋਣਾ ਚਾਹੀਦਾ ਹੈ। ਆਹ ਜੋ ਬਹਿਸ ਹੈ ਨਾ ਸਾਡੇ ਵਿੱਚ, ਇਹੋ ਜਿਹਾ ਸਰੂਪ ਹੋਣਾ ਚਾਹੀਦਾ ਹੈ, ਇਹੋ ਜਿਹਾ ਸਰੂਪ ਹੋਣਾ ਚਾਹੀਦਾ ਹੈ, ਉਹਦਾ ਸਾਈਜ਼ ਆ ਹੋਣਾ ਚਾਹੀਦਾ ਹੈ, ਉਹਦੇ ਅੱਖਰਾਂ ਦੀ ਬਣਤਰ ਆ ਹੋਣੀ ਚਾਹੀਦੀ, ਸਭ ਨਾਦਾਨੀਆਂ ਦੀਆਂ ਗੱਲਾਂ ਨੇ। ਅਖੇ ਜੀ ਲੜੀਵਾਰ ਹੋਣਾ ਚਾਹੀਦਾ ਜੀ, ਪਦਛੇਦ ਹੋਣਾ ਚਾਹੀਦਾ ਜੀ, ਛੋਟਾ ਹੋਣਾ ਚਾਹੀਦਾ, ਵੱਡਾ ਹੋਣਾ ਚਾਹੀਦਾ। ਕਿੰਨਾ ਕੁ ਵੱਡਾ ਲੈ ਕੇ ਚਲੇ ਜਾਓਗੇ? ਮਲੇਸ਼ੀਆ ਵਾਲਿਆਂ ਨੇ ਬਣਾ ਲਿਆ ਨਾ ਸਰੂਪ, 4-5 ਬੰਦੇ ਚੁੱਕਦੇ ਨੇ, ਅਤੇ ਸ਼ਾਇਦ ਜਿਹੜੇ ਮੇਥੋਂ ਵਡੇਰੇ ਬੈਠੇ ਉਹਨਾਂ ਨੂੰ ਪਤਾ ਹੋਵੇਗਾ, ਏਡਾ ਛੋਟਾ ਸਰੂਪ ਵੀ ਸਾਡੇ ਕੋਲ ਮੌਜੂਦ ਰਿਹਾ, ਜਿਹੜੀ ਮਾਚਿਸ ਦੀ ਡਿੱਬੀ ਹੁੰਦੀ ਹੈ। ਇਤਨਾ ਸਰੂਪ ਵੀ ਰਿਹਾ, ਮਾਚਿਸ ਦੀ ਡਿੱਬੀ ਜਿੰਨਾ। ਲੈਂਸ ਨਾ ਪੜ੍ਹਿਆ ਜਾਂਦਾ ਅਤੇ ਫਿਰ ਕੀ ਕਹੋਗੇ? ਹੁਣ ਉਹ ਕਿਸੇ ਦੇ ਕੋਲ ਹੈ, ਕਿਸੇ ਨੇ ਉਹ ਪ੍ਰਕਾਸ਼ਿਤ ਕੀਤਾ ਹੈ ਜੋ ਮਾਚਿਸ ਦੀ ਡਿੱਬੀ ਵਾਲਾ ਹੈ, ਅਤੇ ਕਿਸੇ ਨੇ ਉਹ ਪ੍ਰਕਾਸ਼ਿਤ ਕੀਤਾ ਜਿਹਨੂੰ 4-5 ਬੰਦੇ ਚੁੱਕਦੇ ਨੇ। ਸ਼ਾਇਦ ਉਹ ਕਹਿੰਦੇ ਨੇ 350 ਕਿਲੋ ਤੋਂ ਜ਼ਿਆਦਾ ਵਜ਼ਨ ਹੈ। ਇੰਨਾ ਵੱਡਾ ਸਰੂਪ ਤੇ ਨਾ ਕੀ ਗੁਰੂ ਫਰਕ ਪੈ ਗਿਆ? ਕਿ ਛੋਟੇ ਸਰੂਪ ਦਾ ਗੁਰੂ ਛੋਟਾ ਅਤੇ ਵੱਡੇ ਸਰੂਪ ਦਾ ਗੁਰੂ ਵੱਡਾ ਹੈ? ਇਹ ਸਭ ਸਾਡੀਆਂ ਮੂਰਖਤਾ ਦੀਆਂ ਗੱਲਾਂ ਨੇ, ਨਾਦਾਨੀਆਂ ਦੀਆਂ ਗੱਲਾਂ ਨੇ। ਆਪਣੇ ਆਪ ਨੂੰ ਵੱਡਾ ਵੱਡਾ ਕਹਿਣ ਦੇ ਸ਼ੋਸ਼ੇਬਾਜ਼ੀਆਂ ਚੰਗਾ ਲੱਗਦਾ, ਠੀਕ ਹੈ, ਅਖਬਾਰਾਂ 'ਚ ਬਿਆਨ ਆ ਜਾਂਦੇ, ਵਟਸਐਪ 'ਤੇ ਚੰਗਾ ਵਧੀਆ ਲੱਗਦਾ, ਬੱਲੇ ਬੱਲੇ ਹੋ ਜਾਂਦੀ। ਪਰ ਚੇਤਾ ਰੱਖਣਾ, ਗੁਰੂ ਆਕਾਰ ਦਾ ਮੁਤਾਜ ਨਹੀਂ ਹੈ, ਗੁਰੂ ਆਕਾਰ ਨਹੀਂ ਹੈ। ਆ ਹੁਣ ਸਾਰਿਆਂ ਦੀ ਜੇਬ ਦੇ ਵਿੱਚ ਜਿੰਨੀ ਕੁ ਬਾਣੀ ਸਰੂਪ ਦੇ ਵਿੱਚ ਲਿਖੀ ਹੈ, ਇੰਨੀ ਕੁ ਬਾਣੀ 3-3 ਵਾਰ ਤੁਹਾਡੀ ਜੇਬ ਦੇ ਵਿੱਚ ਹੈ। 3-3 ਵਾਰ ਪੰਜਾਬੀ ਵਿੱਚ ਹੋਏਗੀ, ਅੰਗਰੇਜ਼ੀ ਵਿੱਚ ਹੋਏਗੀ, ਹਿੰਦੀ ਵਿੱਚ ਹੋਏਗੀ। ਉਹਦੇ ਅਲੱਗ-ਅਲੱਗ ਟੀਕਾ ਅਲੱਗ-ਅਲੱਗ ਹੋਣਗੇ, ਦਰਪਣ ਅਲੱਗ ਹੋਵੇਗਾ, ਦੂਜੇ ਦਾ, ਤੀਜੇ ਦਾ, ਚੌਥੇ ਦਾ, 4-4 5-5 ਵਾਰ ਇਹ ਸਰੂਪ ਤੁਹਾਡੀ ਜੇਬ ਦੇ ਵਿੱਚ ਪਿਆ ਹੋਇਆ। ਕੀ ਤੁਸੀਂ ਕਹੋਗੇ ਅਸੀਂ ਗੁਰੂ ਨੂੰ ਜੇਬ 'ਚ ਪਾਈ ਫਿਰਦੇ ਹਾਂ? ਬਾਣੀ ਤਾਂ ਜੇਬ 'ਚ ਹੈ ਨਾ ਤੁਹਾਡੇ, ਔਰ ਹਰ ਥਾਂ 'ਤੇ ਚੰਗੇ ਮੰਦੇ ਥਾਵਾਂ 'ਤੇ ਲੈ ਕੇ ਵੀ ਜਾਂਦੇ ਹੋ ਨਾ। ਨਹੀਂ, ਗੁਰੂ ਨੂੰ ਇਹਨਾਂ ਚੀਜ਼ਾਂ ਦੀ ਜ਼ਰੂਰਤ ਨਹੀਂ ਹੈ। ਗੁਰੂ ਇਹਨਾਂ ਚੀਜ਼ਾਂ ਤੋਂ ਉੱਚੇ ਨੇ। ਇਹ ਸਾਡੇ ਤੁਹਾਡੇ ਮਨ ਦੇ ਭੇਦ ਭਾਵ ਨੇ, ਸਾਡੇ ਤੁਹਾਡੇ ਮਨ ਦੀਆਂ ਕਮਜ਼ੋਰੀਆਂ ਅਤੇ ਨਾਦਾਨੀਆਂ ਨੇ। ਵੀ ਇੱਦਾਂ ਦਾ ਹੁੰਦਾ, ਇੱਦਾਂ ਦਾ ਹੁੰਦਾ, ਉਹ ਠੀਕ ਨੇ, ਆਪਣੇ ਥਾਂ 'ਤੇ ਠੀਕ ਨੇ ਸਾਰੇ। ਬਸ ਫਰਕ ਇਤਨਾ ਕਿ ਆਪਣੇ ਥਾਂ 'ਤੇ ਠੀਕ ਨੇ, ਕਿ ਲੇਅਰ 'ਤੇ ਠੀਕ ਨੇ। ਪ੍ਰਾਇਮਰੀ ਲੇਅਰ 'ਤੇ ਸਭ ਚੰਗਾ ਹੈ, ਸਭ ਵਧੀਆ ਹੈ। ਉਹਦੇ 4 ਸਿਰ ਨੇ ਜੀ, ਬੜਾ ਚੰਗਾ ਹੋਏਗਾ। ਉਹ ਕਹਿੰਦਾ ਜੀ ਉਹਦੇ 4 ਸਿਰ ਨੇ, ਅਸੀਂ ਕਹਿੰਦੇ ਨੇ ਜੋ ਇੰਨਾ ਵੱਡਾ ਹੈ। ਗੱਲ ਤਾਂ ਉੱਥੇ ਖੜੀ ਹੈ ਨਾ। ਉਹ ਕਹਿੰਦਾ ਜੋ ਸ਼ੀਰ ਸਾਗਰ 'ਚ ਅਸੀਂ ਕਹਿੰਦੇ ਅਸੀਂ ਰੁਮਾਲੇ 'ਚ ਰੱਖ ਲੈਨੇ ਆ। ਖੈਰ, ਲੇਕਿਨ ਅੱਗੇ ਜਾਵਾਂਗੇ ਪਤਾ ਲੱਗਾ ਹਰ ਤੇ ਸਤਿਗੁਰ ਇੱਕੋ ਹੀ ਹੈ, ਉਹਨੂੰ ਆਕਾਰ ਦੀ ਜ਼ਰੂਰਤ ਨਹੀਂ ਹੈ। ਹਰ ਸਤਿਗੁਰ ਹਰੀ ਸਤਿਗੁਰ ਹੀ ਹੈ, ਸਤਿਗੁਰੂ ਹੀ ਹਰੀ ਹੈ, ਸਤਿਗੁਰੂ ਹੀ ਰੱਬ ਹੈ, ਗੁਰੂ ਹੀ ਰੱਬ ਹੈ, ਰੱਬ ਹੀ ਗੁਰੂ ਹੈ। ਬੜਾ ਪਿਆਰਾ ਬਚਨ ਸੀ ਕਿ ਗੁਰ ਪਰਮੇਸ਼ਰ ਏਕੋ ਜਾਣ। ਗੁਰੂ ਤੇ ਪਰਮੇਸ਼ਰ ਇੱਕ ਹੀ ਹੈ, ਕਿਉਂਕਿ ਪਰਮੇਸ਼ਰ ਗੁਰੂ ਨੂੰ ਪ੍ਰਗਟ ਹੁੰਦਾ ਹੈ ਅਤੇ ਚੇਤਨਾ ਗੁਰੂ ਹੀ ਤੇ ਪਰਮੇਸ਼ਰ ਹੋ ਜਾਂਦਾ ਹੈ। ਇੱਕ ਨਿੱਕੀ ਜਿਹੀ ਦਾਰਸ਼ਨਿਕ ਉਦਾਹਰਣ ਜੋ ਇਤਿਹਾਸ ਨਾਲ ਸੰਬੰਧਿਤ ਹੈ, ਜਿਹੜੇ ਇਹਨਾਂ ਚੀਜ਼ਾਂ ਨੂੰ, ਜਿਨ੍ਹਾਂ ਦਾ ਧਾਰਮਿਕ ਮੰਡਲ ਇਹ ਚੀਜ਼ਾਂ ਨਹੀਂ ਮੰਨਦਾ,
वो भी इनू तस्दीक करता है। साढ़े इतिहास च बहुत वड्डा नाम है साईं मियाँ मीर, एक वड्डा नाम है ना इतिहास का। साईं मियाँ मीर जी जदों भी सतगुरु हरगोबिंद साहब जी नूं मिलते सन तो इन्ना माण करते सन कि कोशिश हुंदी सी कि जे महाराज घोड़े तो उतरन तो तलियां डाह जा, इन्ना माण अदब कर दो। जबकि उम्र विच दादे पोते जिन्नी उम्र का फर्क है। साईं मियाँ मीर उम्र करके गुरु अर्जन देव जी तो वडेरे बजुर्ग ने, तो हरगोबिंद साहब जी तो बहुत छोटे उन्होंने बालक रूप ने, प्रमाण बहुत करते हैं। साखियां च जिक्र है कि हरगोबिंद साहब जी मिलते ने तो बहुत माणे कोई शाहजहान अपने पुत्रां समेत साईं जी नूं मिलना है, क्योंकि साईं जी की पहुँच दिल्ली के दरबारां तक भी रही है। और सबनों पता है कि 6वें पातशाह साहब जी जो ग्वालियर च ने उस दौरान भी साईं मियाँ मीर का वड्डा रोल रहा है। शाहजहान भी साईं जी नूं मिलन आए, उड़ामा देता साईं तुसीं इस्लाम दे वड्डे पीर हो, तुहाडा माण है, मैं हिंदुस्तान का बादशाह शाहजहान तुहाडे अगे झुकदा, जे मैं तुहानूं सलाम करदा तो समझ लो हिंदुस्तान की सारा इस्लाम तुहानूं सलाम करदा है, सारा हिंदुस्तान तुहानूं सलाम करदा है। साईं चुप करके सुनदे रहे, ठीक है तू तारीफ ते बोलदा बोली जा भाई चंगा है। आखिर ते कहण लगे बादशाह कहना की चाहते हो, आखिर तुहाडा कहण दा मकतब की है भी तुसीं सलाम कर दिओ ते सारा कर दिओ। मैं तो कदे ऐसा नहीं सोचिया कि मैनूं सारे आके सलाम करन, तुहाडी खुशी है तुसीं आउंदे हो मुबारक, ना आओ तो तद भी चलेगा। कहण लगा महाराज मैं ये नाराज़गी नहीं कह रहा, मैं बेनती करदा कि तुसीं इस्लाम दा वड्डा नाम हो, पर जदों तुसीं किसी हिंदू पीर दे अगे झुकदे हो ना सानू चोट लगती है, सानू बुरा लगता है। सतगुर कहण लगे क्षमा करना साईं जी भी तुहानू बुरा लगता है, किहदे अगे मैं झुकदा? कहण लग्या हरगोबिंद हिंदुओं का पीर है ना, असीं गुरु कहने पीर कहते हैं, जदों मैनू पता लगता कि तुसीं इन्हां अगे झुकदे हो तो सानू चोट लगती, बुरा लगता है। साईं कहण लगे शाहजहान तुसीं बादशाह हो? कहण लगे शक है कोई बादशाह हाँ। कहण लगे जदों तुसीं अपने किसी शहर चों लंघदे हो, अपने किले के दरवाजे ते आउंदे हो, तुहाडे दरवाजे ते बहुत सारे लोग आउंदे, याचक आउंदे ना, हाँ जी आउंदे ने, दरखास्तां लैके आउंदे जी, तुहानू की करदे ने? कहंदे सलामां करदे ने। जदों तुसीं सामने आंदे तो लोग सलामां करदे ना, हाँ जी। और मुगल बादशाहीत विच एक पक्ष रहा है, जदों बहुत सारे लोग आ जाण ते खास करके ये 2 बार साल विच, एक बार राजा अपने जन्म दिन ते एक बार राजा अपने गद्दी नशीनी दिन ते खुले दरबार विच नहीं सी आउंदा। इन्हां दे किलियां दे बाहर प्रजा इकट्ठी हो जाती ते झरोखे चों दर्शन दिंदे सन। ये अज भी ब्रिटिश विच नियम चलदा है, उत्थों दे राणियां जो उत्थों दे परिवार है वो अज भी वड्डियां समयां ते बालकनी च आके अपने जनता नूं हत्थ ला के उन्हां दा अभिवादन स्वीकार करदे। पुरानी परंपरा रही झरोखे चों दर्शन देना। कहण लगा जदों तुसीं झरोखे च आउंदे हो तो तुहाडे सामने जनता खड़ी हुंदी है? कहण लगे हाँ खड़ी हुंदी है। जनता की करदी है? कहण लगे राजे की जय करदी है, राजे नूं चुक चुक सलामां करदी है, तो राजा फिर झरोखे तो सुट्टदा है, धन सुट्टदा है, बरखा करदा है, तो थले गरीब गुरबई हुंदे ने, क्यों तो एहलाकार थले नहीं हुंदे, थले गरीब गुरबई जनता हुंदी है, तो जिन्हें भागां च जो झोली च पिया, क्योंकि तो बौछार की बरखा की, उन्हां झोलियां आडियां, जिसकी झोली जो पै गया लैके चला गया। कहण लगे सत है ना? कहण लगे बिल्कुल सत है। कहण लगे इस तरह जो असीं खुदा के दर ते जाने ना, असीं पीर फकीर खुदा के दर ते जाने, खुदा का भी झरोखा खुलदा है, खुदा के दर का भी झरोखा खुलदा है, तो खुदा के दर का झरोखा खुलदा है तो सानू दातां मिलदियां ने, वो दातां असीं लिया के तुहाडे च वंडदे हां। तुहानूं पता है जदों झरोखा खुलदा है उहदे च नूर प्रगट हुंदा है। खुदा नूर है ना? कहण लगे हाँ खुदा नूर है, खुदा का नूर प्रगट हुंदा है। कहण लगे बिल्कुल प्रगट होएगा। कहण लगे इस नूर दे विच की हुंदा है? हुण शाहजहां जी नहीं पहुँच कित्थे कि दसे पे इस नूर दे विच की है? सानू तो रिश्मा नज़र आउंदियां ना, इहदे चों लगदा पे किरणां निकलदियां ने। कहण लगा नूर दे विच की हुंदा है? कहण लगा जिस पीर साहब सानू की पता, साडी किहड़ी पहुँच है उत्थे। कहण लगे फिर इस नूर दे विचों सानू एक मनुखी अक्स नज़र आउंदा है।
ਅੱਛਾ, ਮਨੁੱਖੀ ਅਕਸ ਨਜ਼ਰ ਆਉਂਦਾ ਹੈ, ਕਿੱਦਾਂ ਦਾ ਹੁੰਦਾ ਹੈ? ਕਹਿਣ ਲੱਗੇ ਗੁਰੂ ਨਾਨਕ ਵਰਗਾ ਹੁੰਦਾ ਹੈ। ਉਹ ਜੋ ਨੂਰ ਹੈ ਨਾ, ਉਹਦਾ ਰੂਪ ਇੱਥੇ ਗੁਰੂ ਨਾਨਕ ਵਰਗਾ ਹੁੰਦਾ ਹੈ। ਅਤੇ ਕਹਿਣ ਲੱਗੇ ਗੁਰੂ ਨਾਨਕ ਪੀਰ ਤਾਂ ਬੜਾ ਲੰਬਾ ਸਮਾਂ ਹੋ ਗਿਆ, ਇਹ ਤਾਂ 5ਵੀਂ 6ਵੀਂ ਗੱਦੀ ਉਹਨਾਂ ਦੀ। ਕਹਿਣ ਲੱਗੇ ਹਾਂ, ਉਹ ਇਹ ਨੂਰ ਹਰਗੋਬਿੰਦ ਸਾਹਿਬ ਦੇ 'ਚੋਂ ਢਲਕਦਾ ਹੀ, ਉਹ ਨੂਰ ਜੋ ਝੁਰਖੇ 'ਚੋਂ ਸਾਨੂੰ ਦਰਸ਼ਨ ਦਿੰਦਾ ਹੈ ਨਾ, ਉਹ ਨੂਰ ਗੁਰੂ ਹਰਗੋਬਿੰਦ ਸਾਹਿਬ ਦੇ ਚਿਹਰੇ ਤੋਂ ਢਲਕਦਾ ਹੀ। ਅਤੇ ਇਸ ਕਰਕੇ ਜਦੋਂ ਮੈਨੂੰ ਇਹ ਮਿਲਦੇ ਨੇ ਨਾ, ਤੂੰ ਤਾਂ ਕਹਿਣਾ ਸਲਾਮ ਅਦਬ ਕਰ ਦੇ, ਮੇਰਾ ਚਿੱਤ ਕਰਦਾ ਕਿ ਮੈਂ ਵਿਛ ਜਾਵਾਂ, ਮੇਰੇ 'ਤੇ ਕਦਮ ਧਰ ਦੇਣ, ਮੈਂ ਵਿਛ ਜਾਵਾਂ, ਮੇਰੇ 'ਤੇ ਆਸਣ ਲਾ ਲੈਣ, ਪਰ ਸਰਦਾ ਨਹੀਂ, ਉਹ ਇਹ ਆਗਿਆ ਹੀ ਨਹੀਂ ਦਿੰਦੇ। ਨਹੀਂ ਤਾਂ ਮੈਂ ਜ਼ਮੀਨ 'ਤੇ ਵਿਛ ਜਾਵਾਂ, ਮੈਂ ਦਰੀ ਚਾਦਰ 'ਤੇ ਨਾ ਬਿਠਾਵਾਂ, ਮੈਂ ਆਪਣੇ ਉੱਤੇ ਉਹਨੂੰ ਬਿਠਾ ਦਾਂ। ਪਾਠ ਕਰਦਿਆਂ ਆਪਣੇ ਬਚਨ ਪੜ੍ਹਿਆ ਹੋਣਾ ਭਗਤਾਂ ਦੇ, ਇਹ ਉੱਚਤਮ ਖਿਆਲ ਹੈ, ਮੂੰਹ ਥਿਆਉ ਤਖਤ, ਕਿਤੇ ਦੱਖਣੇ ਪੜ੍ਹਨਾ, ਮਾਰੂ ਰਾਗ ਦੇ ਦੱਖਣੇ, ਮੂੰਹ ਥਿਆਉ ਤਖਤ ਪੀਰੀ ਮਹੰਜੇ ਪਾਤਸ਼ਾਹ, ਮੈਂ ਤਖਤ ਬਣ ਜਾਵਾਂ ਹੇ ਸੱਚੇ ਪਾਤਸ਼ਾਹ ਤੇਰੇ ਬੈਠਣ ਵਾਸਤੇ। ਜਿਵੇਂ ਕਿਸੇ ਕਦੇ ਕਦੇ ਕਹਿੰਦੇ ਪਲਕਾਂ ਵਿਛਾ ਦਿਆਂ, ਮੈਂ ਤੁਹਾਡੇ ਵਾਸਤੇ ਪਲਕਾਂ ਵਿਛਾ ਦਿਆਂ। ਮਹਾਰਾਜ ਪਲਕਾਂ 'ਤੇ ਫਿਰ ਵੀ ਛੁੱਟੀਆਂ, ਮੈਂ ਖੁਦ ਵਿਛ ਜਾਵਾਂ, ਮੂੰਹ ਥਿਆਉ ਤਖਤ, ਮੈਂ ਤਖਤ ਹੀ ਹੋ ਜਾਵਾਂ ਤੇਰੇ ਬੈਸਣ ਵਾਸਤੇ। ਯਾਦ ਰੱਖਣਾ, ਜੋ ਸੁਰਤ ਉੱਚੀ ਉੱਠੇਗੀ ਅਸੀਂ ਉੱਚੇ ਜਾਵਾਂਗੇ ਅਤੇ ਸਾਨੂੰ ਪਤਾ ਲੱਗੇਗਾ ਗੁਰੂ ਅਤੇ ਪਰਮੇਸ਼ਰ ਇੱਕੋ ਹੀ ਹੈ। ਜਿਵੇਂ ਆਹ ਦਰ ਅਤੇ ਆਹ ਘਰ ਦੋ 'ਤੇ ਨਹੀਂ ਗਏ ਨਾ, ਪਰ ਇਸ ਘਰ ਵਿੱਚ ਆਉਣ ਵਾਸਤੇ ਦਰ ਦੇ ਵਿੱਚੋਂ ਦੀ ਲੰਘਣਾ ਲਾਜ਼ਮੀ ਹੈ। ਇਸ ਘਰ ਵਿੱਚ ਆਉਣ ਵਾਸਤੇ ਇਸ ਦਰ ਦੇ ਥੀ ਲੰਘਣਾ ਲਾਜ਼ਮੀ, ਲੰਘ ਹੀ ਨਹੀਂ ਸਕਦੇ, ਹੋਰ ਕੋਈ ਰਸਤਾ ਹੀ ਨਹੀਂ। ਗੁਰੂ ਦਰ ਹੈ ਨਾ, ਅਤੇ ਵਾਹਿਗੁਰੂ ਘਰ ਹੈ। ਵਾਹਿਗੁਰੂ ਤੱਕ ਪਹੁੰਚਣ ਵਾਸਤੇ ਗੁਰੂ ਦੇ ਰਵਾਇਤ ਇਸੇ ਕਰਕੇ ਕਹਿੰਦੇ ਨੇ, ਗੁਰ ਵਿੱਚ ਦੇ ਤੁਝੇ ਤੇ ਆਈ। ਗੁਰੂ ਦੇ ਸਦਕੇ ਮਿਲਾਪ ਹੁੰਦਾ, ਦਰਵਾਜ਼ੇ ਦੇ ਸਦਕੇ ਹੀ, ਦਰ ਦੇ ਸਦਕੇ ਘਰ ਤੱਕ ਬਣਦਾ। ਵਾਹਿਗੁਰੂ ਘਰ ਹੈ ਸਾਡਾ, ਸਾਡੀ ਮੰਜ਼ਿਲ ਹੈ, ਸਾਡਾ ਮੁਕਾਮ ਹੈ, ਅਸਾਂ ਉੱਥੇ ਪਹੁੰਚਣਾ, ਲੇਕਿਨ ਜਾਣਾ ਵਾਇਆ ਗੁਰੂ ਦੇ ਜੇ। ਇਸ ਕਰਕੇ ਬਹੁਤ ਉੱਚੀ ਸੁਰਤ ਬਿਰਤੀ ਨੂੰ ਚੌਠਾ ਦਿੰਦੇ ਨੇ। ਹਰ ਸਤਿਗੁਰ, ਹਰ ਸਤਿਗੁਰ, ਉਹ ਹਰੀ ਹੈ, ਉਹੀ ਸਤਿਗੁਰ ਹੈ, ਸਤਿਗੁਰ ਹੀ ਹਰੀ, ਹਰ ਗੁਰ, ਹਰ ਗੁਰ। ਅਸੀਂ ਕਈ ਥਾਂ ਪੜ੍ਹਦੇ ਹਾਂ, ਗੁਰੂ ਹਰੀ, ਹਰੀ ਗੁਰ, ਗੁਰ ਸਤਿਗੁਰ, ਗੁਰ ਹਰ ਸਤਿਗੁਰ, ਹਰ ਸਤਿਗੁਰ ਮੇਲ। ਇਹ ਸੱਚੇ ਪਾਤਸ਼ਾਹ ਅਰਦਾਸ ਹੈ, ਤੁਸੀਂ ਮਿਲੋ ਨਾ, ਸਿੱਧਾ ਕਹਿ ਦਈਏ ਤੁਸੀਂ ਮਿਲੋ, ਪਰ ਕਿਵੇਂ ਮਿਲੋ? ਮਿਲਦੇ ਸਤਿਗੁਰ ਸਰੂਪ ਹੋ ਕੇ ਹੋ, ਵਰਤਦੇ ਗੁਰੂ ਰੂਪ ਹੋ ਕੇ ਹੋ। ਬਸ ਇਹ ਨਿੱਕੇ 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 ਭੇਤ ਅਸੀਂ ਮੰਨਦੇ ਹਾਂ। ਵਰਤਦੇ ਹੋ ਸਤਿਗੁਰ, ਜਦੋਂ ਉਹੀ ਜੋਤ ਕਲਾ ਮਨੁੱਖ ਮੰਡਲ ਵਿੱਚੋਂ ਪ੍ਰਗਟ ਹੁੰਦੀ ਹੈ। ਜਿੱਥੇ ਸਤ ਹੋਏਗਾ ਉੱਥੇ ਗੁਰੂ ਪ੍ਰਗਟ ਹੋ ਜਾਂਦੇ ਨੇ, ਉੱਥੇ ਸਤਿਗੁਰ ਹੁੰਦਾ। ਸਤਿਗੁਰ ਦਾ ਆਖਰੀ ਅਰਥ ਲੋਕ ਕੀ ਕਰਦੇ ਨੇ ਤੇ ਅਲੱਗ ਹੋਏਗਾ, ਮੈਨੂੰ ਨਹੀਂ ਪਤਾ ਕੀ ਕੀ ਅਲੱਗ ਲੋਕ ਕਰ ਲੈਂਦੇ ਨੇ, ਬਲਕਿ ਫਿਲਾਸਫੀ 'ਚ ਅਸੀਂ ਇੰਝ ਅਰਥ ਕਰਦੇ ਹਾਂ, ਜਿੱਥੇ ਸਤ ਹੈ ਉੱਥੇ ਗੁਰੂ ਪ੍ਰਗਟ ਹੋ ਜਾਏਗਾ। ਬਸ ਜਿੱਥੇ ਵੀ ਸਤ ਹੈ, ਜਿਸ ਦੇ ਵੀ ਹਿਰਦੇ ਵਿੱਚ ਸਤ ਹੈ, ਉੱਥੇ ਗੁਰੂ ਹੋਏਗਾ, ਉਹ ਸਤਿਗੁਰੂ ਹੋਏਗਾ, ਉੱਥੇ ਸਤਿਗੁਰ। ਇਸੇ ਕਰਕੇ ਕਹਿੰਦੇ ਨੇ ਗੁਰਸਿੱਖਾਂ ਅੰਦਰ ਸਤਿਗੁਰ ਵਰਤੈ। ਗੁਰਸਿੱਖ ਹੈ, ਹਿਰਦਾ ਸਤ ਨਾਲ ਭਰਿਆ ਪਿਆ ਹੈ, ਅਤੇ ਇੱਥੇ ਜ਼ਰੂਰ ਗੁਰੂ ਕਲਾ ਵਰਤ ਰਹੀ ਹੋਏਗੀ। ਅਤੇ ਜੇ ਲਿਬਾਸ ਆਪਣੇ ਵੱਲੋਂ ਗੁਰਸਿੱਖ ਦਾ ਪਾਇਆ ਇਹਨੇ, ਹਿਰਦੇ ਵਿੱਚ ਸਤ ਨਹੀਂ ਹੈ, ਅਤੇ ਫਿਰ ਮਤ ਖਿਆਲ ਕਰਨਾ ਸਤਿਗੁਰ ਗੁਰ ਕਲਾ ਇੱਥੇ ਹੋਵੇਗੀ, ਨਹੀਂ ਫਿਰ ਗੁਰ ਹੋਰ ਹੋਵੇਗੀ। ਇਸ ਕਰਕੇ ਕਹਿੰਦੇ ਨੇ, ਪਤਾ ਕਿਉਂ? ਗੁਰ ਸਤਿਗੁਰ ਚਰਨ, ਗੁਰੂ ਸਤਿਗੁਰ ਦੇ ਚਰਨ ਹੀ ਸਾਨੂੰ ਚੰਗੇ ਲੱਗਦੇ ਨੇ। ਫਿਰ ਚੇਤਾ ਰੱਖਣਾ, ਜੇ ਗੁਰੂ ਸਤਿਗੁਰ ਦਾ ਆਕਾਰ ਨਹੀਂ ਹੈ ਨਾ, ਅਤੇ ਗੁਰੂ ਸਤਿਗੁਰ ਦੇ ਚਰਨ ਕਿੱਦਾਂ ਦੇ ਆਕਾਰ ਵਾਲੇ ਹੋਣਗੇ? ਇਸ ਕਰਕੇ ਚੇਤਾ ਰੱਖਣਾ, ਆਹ ਸ਼ਬਦ ਹੀ ਸਤਿਗੁਰ ਦੇ ਚਰਨ ਹੁੰਦੇ ਨੇ। ਜਿਸ ਨੇ ਸਤਿਗੁਰ ਦੇ ਚਰਨਾਂ ਦੀ ਸੇਵਾ ਕਰਨੀ ਹੈ, ਸਤਿਗੁਰ ਦੇ ਸ਼ਬਦ ਦੀ ਸੇਵਾ ਕਰੇ। ਹੁਣ ਇਹ ਸੰਦਰਭ ਤੇ ਅਲੱਗ-ਅਲੱਗ ਨੇ ਨਾ, ਚਰਨਾਂ ਦੀ ਸੇਵਾ ਤੇ ਦੂਜੇ ਢੰਗ ਨਾਲ ਕਰਾਂਗੇ, ਵੀ ਧੋ ਦਿਆਂਗੇ, ਘੁੱਟ ਦਿਆਂਗੇ, ਮਾਲਿਸ਼ ਕਰ ਦਿਆਂਗੇ, ਜਿਹਨੂੰ ਪੰਜਾਬੀ 'ਚ ਮੁੱਠੀ ਚਾਪੀ ਕਰਨਾ ਕਹਿੰਦੇ ਨੇ। ਚਰਨਾਂ ਦੀ ਸੇਵਾ ਤਾਂ ਇੱਦਾਂ ਕੀਤੀ ਜਾਂਦੀ ਕਿ ਮੁੱਠੀ ਚਾਪੀ ਕਰਾਂਗੇ, ਠੀਕ ਹੈ। ਬਹੁਤ ਜ਼ਿਆਦਾ ਕੋਈ ਅੱਗੇ ਚਲਾ ਜਾਏਗਾ ਤੇ ਧੋ ਕੇ ਪੀ ਲਵੇਗਾ। ਸੰਸਾਰ 'ਚ ਐਸਾ ਹੁੰਦਾ ਰਹੇ, ਕਰਦੇ ਰਹੇ ਲੋਕ, ਅੱਜ ਵੀ ਸ਼ਾਇਦ ਕਰਦੇ ਹੋਣਗੇ, ਵੀ ਚਰਨਾਂ ਨੂੰ ਧੋ ਕੇ ਪੀ ਲੈਂਦੇ ਹੋਣਗੇ, ਚਰਨਾਂ ਦੀ ਮੁੱਠੀ ਚਾਪੀ। ਹੁਣ ਅਸੀਂ ਸ਼ਬਦ ਨੂੰ ਧੋ ਕੇ ਤੇ ਪੀ ਨਹੀਂ ਸਕਦੇ। ਐਸਾ ਤਾਂ ਨਹੀਂ ਹੈ ਨਾ ਕਿ ਅਸੀਂ ਏਕ ਓਂਕਾਰ ਸਤਿਨਾਮ ਲੈ ਕੇ ਕਾਗਜ਼ ਨੂੰ ਪਾਣੀ 'ਚ ਧੋਵਾਂਗੇ। ਅਸੀਂ ਸ਼ਬਦ ਧੋ ਕੇ ਨਹੀਂ ਪੀ ਸਕਦੇ, ਨਹੀਂ ਪੀ ਸਕਦੇ ਹਾਂ।
ਧਿਆਨ ਦੇ ਨਾਲ ਸ਼ਬਦ ਦਾ ਰਸ ਮਾਣ ਸਕਦੇ ਹਾਂ। ਅਸੀਂ ਗੁਰੂ ਕੇ ਸ਼ਬਦ ਨੂੰ ਪੜ੍ਹ ਸਕਦੇ ਹਾਂ, ਗੁਰੂ ਸ਼ਬਦ ਨੂੰ ਸੁਣ ਸਕਦੇ ਹਾਂ, ਗੁਰੂ ਸ਼ਬਦ ਨੂੰ ਵਿਚਾਰ ਸਕਦੇ ਹਾਂ, ਗੁਰੂ ਸ਼ਬਦ ਦੀ ਧੁਨ ਦਾ ਆਨੰਦ ਮਾਣ ਸਕਦੇ ਹਾਂ। ਆ ਹੁਣੇ ਕੀਰਤਨ ਹੋਣਾ ਹੈ, ਆਪਾਂ ਨੇਤਰ ਬੰਦ ਕਰਕੇ ਕੋਈ ਆਕਾਰ ਦਾ ਧਿਆਨ ਥੋੜ੍ਹਾ ਧਰਨਾ ਹੈ ਵੀ ਹਾਂ ਭਾਈ ਸਾਹਿਬ ਦਾ ਸੁਰੂ ਬੜਾ ਚੰਗਾ ਜੀ, ਅੱਜ ਇਹਨਾਂ ਕੱਪੜੇ ਕਿੱਦਾਂ ਦੇ ਪਾਏ ਨੇ, ਇਹਨਾਂ ਦੀ ਦਸਤਾਰ ਕਿੱਦਾਂ ਦੀ ਹੈ। ਇਸ ਕੀਰਤਨ ਦੇਖਣ ਦਾ ਵਿਸ਼ਾ ਥੋੜ੍ਹਾ ਹੈ। ਗੁਰੂ ਯਾਦ ਰੱਖਣਾ, ਗੁਰਬਾਣੀ ਕੀਰਤਨ ਕਥਾ ਦੇਖਣ ਦਾ ਵਿਸ਼ਾ ਨਹੀਂ ਹੈ, ਇਹ ਸੁਣਨ ਦਾ ਵਿਸ਼ਾ ਹੈ। ਇਹ ਕੰਨਾਂ ਦੇ ਨਾਲ ਇਹਦਾ ਰਸ ਪੀਣਾ ਹੈ, ਕਰਨ ਕਟੋਰਿਆਂ 'ਚ ਇਹ ਅੰਮ੍ਰਿਤ ਭਰਨਾ ਹੈ। ਉਸ ਧੁਨ ਦੇ ਨਾਲ ਆਪਣੇ ਧਿਆਨ ਨੂੰ ਜੋੜਿਆ ਜਾ ਸਕਦਾ ਹੈ, ਜਿਸ ਨੂੰ ਧੁਨ ਮਹਿ ਧਿਆਨ ਕਹਿੰਦੇ ਨੇ। ਅਤੇ ਉਹ ਚਰਨ ਨੇ ਨਾ, ਫਿਰ ਕਿਤੇ ਗੁਰੂ ਮਹਾਰਾਜ ਦੇ ਹੌਲੀ ਹੌਲੀ ਸਮਝ ਆ ਜੇ, ਚੇਤਨਾ ਉੱਪਰਲੇ ਲੈਵਲਾਂ 'ਤੇ ਜਾਵੇ, ਅਤੇ ਜਿਉਂ-ਜਿਉਂ ਕੀਰਤਨੀਆਂ ਤੁਕਾਂ ਪੜ੍ਹਦਾ ਅੱਗੇ ਅੱਗੇ ਤੁਰਿਆ ਜਾਵੇ, ਸਾਡੇ ਹੱਥ ਮਜ਼ਬੂਤੀ ਦੇ ਨਾਲ ਟਿਕਦੇ ਚਲੇ ਜਾਣ। ਅਤੇ ਸ਼ਾਇਦ ਫਿਰ ਇੱਕ ਵਕਤ ਇੰਨਾ ਆਏਗਾ, ਟਿਕਾਓ ਬਣ ਜਾਏਗਾ ਕਿ ਅਸੀਂ ਉਹਨਾਂ ਹੱਥਾਂ ਦੇ ਨਾਲ ਗੁਰੂ ਕੇ ਚਰਨ ਪਕੜੇ ਹੋਣਗੇ ਅਤੇ ਗੁਰੂ ਆਪਣੇ ਆਸਣ 'ਤੇ ਸਥਿਰ ਬੈਠੇ ਹੋਣਗੇ। ਦਰਸ਼ਨ ਸਾਨੂੰ ਕਰਾਇਆ ਪ੍ਰਤੀਕ ਵਜੋਂ ਬਾਬਾ ਭਾਈ ਗੋਂਦਾ ਸਾਹਿਬ ਅਫਗਾਨਿਸਤਾਨ ਦੀ ਕਾਬਲ ਦੀ ਧਰਮਸ਼ਾਲਾ 'ਚ ਬੈਠੇ ਨੇ। ਉੱਥੇ ਵੀ ਤਾਂ ਕੀਰਤਨ ਹੀ ਹੁੰਦਾ ਹੋਏਗਾ ਨਾ, ਉੱਥੇ ਤੇ ਬਾਣੀ ਪੜ੍ਹਨ ਵਾਲੇ ਕਥਾ ਕੀਰਤਨ ਹੀ ਕਰਦੇ ਹੋਣਗੇ ਨਾ। ਅਤੇ ਸੰਗਤ ਦੇ 'ਚ ਬਾਬਾ ਜੀ ਬੈਠੇ ਨੇ, ਭਾਈ ਗੋਂਦਾ ਧਿਆਨ ਟਿਕਿਆ ਗੁਰੂ ਚਰਨਾਂ 'ਚ, ਭਾਵ ਦੇ ਹੱਥਾਂ ਦੇ ਨਾਲ ਗੁਰੂ ਚਰਨ ਪਕੜੇ, ਭੈ ਕੇ ਚਰਨ। ਅਤੇ ਯਾਤਰਾ ਕਰਨੀ ਅਦਬ ਦੇ ਚਰਨਾਂ ਦੇ ਨਾਲ, ਭੈ ਕੇ ਚਰਨ ਕਰ ਭਾਉ ਕੇ, ਭਾਵ ਦੀ ਭਾਵਨਾ ਦੇ ਹੱਥਾਂ ਦੇ ਨਾਲ ਗੁਰੂ ਕੇ ਚਰਨ ਪਕੜ ਲੈਣੇ ਨੇ। ਅਤੇ ਸਤਿਗੁਰੂ ਹਰਿਰਾਏ ਸਾਹਿਬ ਤੋਂ ਬੈਠੇ ਨੇ ਕੀਰਤਪੁਰ ਸਾਹਿਬ ਦੀ ਧਰਮਸ਼ਾਲਾ 'ਚ, ਅਤੇ ਮਹਾਰਾਜ ਸਥਿਰ ਬੈਠੇ ਨੇ। ਸੇਵਾਦਾਰ ਆ ਕੇ ਕਹਿੰਦੇ ਸਤਿਗੁਰੂ ਜੀ ਭੋਜਨ ਪ੍ਰਸ਼ਾਦ। ਕਹਿਣ ਲੱਗੇ ਹੱਸ ਕੇ ਕੀ ਕਰੇ, ਜੋ ਗਾਉਂਦਾ ਚਰਨ ਛੱਡੇ ਤਾਂ ਉੱਠੀਏ। ਗੁਰਦੇਵ ਅੱਜ ਸਭ ਸਾਨੂੰ ਮਿਲ ਸਕਦਾ ਹੈ, ਅਸੀਂ ਇੱਥੇ ਬੈਠੇ ਵੀ ਗੁਰੂ ਕੇ ਚਰਨ ਪਕੜ ਸਕਦੇ ਹਾਂ। ਚਲੋ ਅੱਜ ਇਹਨੇ ਕਹਿ ਦਈਏ ਕਿ ਤੁਹਾਡੇ ਚਰਨ ਚੰਗੇ ਲੱਗਦੇ ਨੇ। ਇਹ ਸੱਚੇ ਪਾਤਸ਼ਾਹ ਮੈਨੂੰ ਬਾਣੀ ਸੁਣਨਾ ਚੰਗਾ ਲੱਗਦਾ ਹੈ। ਬਸ ਆਪਣੇ ਆਪ ਨੂੰ ਦੇਖਣਾ, ਕੀਰਤਨ ਹੋ ਰਿਹਾ ਹੈ, ਪਾਠ ਹੋ ਰਿਹਾ ਹੈ, ਸਾਨੂੰ ਚੰਗਾ ਲੱਗਦਾ ਕਿ ਨਹੀਂ ਚੰਗਾ ਲੱਗਦਾ। ਸਮਝ ਆਉਣਾ ਇੱਕ ਹੋਰ ਚੀਜ਼ ਹੈ, ਚੰਗਾ ਲੱਗਣਾ ਇੱਕ ਹੋਰ ਚੀਜ਼ ਹੈ। ਸਮਝ ਤਾਂ ਵਿਦਵਾਨਾਂ ਨੂੰ ਆਉਂਦਾ ਹੈ, ਜਿਹੜਾ ਕਈ ਵਾਰ ਸ਼ਬਦ ਆ ਜਾਂਦੇ ਨੇ, ਕੋਈ ਫਾਰਸੀ ਦੇ ਨੇ, ਕੋਈ ਸੰਸਕ੍ਰਿਤ ਦੇ ਸ਼ਬਦ ਹੋਣਗੇ, ਬਹੁਤ ਸਾਰੀਆਂ ਭਾਸ਼ਾਵਾਂ ਦੇ ਸ਼ਬਦ ਨੇ, ਸਮਝ ਤਾਂ ਫਾਰਸੀ ਵਾਲੇ ਨੂੰ ਆਏਗਾ। ਸਾਨੂੰ ਠੀਕ ਹੈ ਯਕਦਮ ਉਹਦੇ ਅੱਖਰੀ ਅਰਥ ਸਮਝ ਨਹੀਂ ਆਉਣਗੇ, ਪਰ ਚੰਗਾ ਤਾਂ ਲੱਗਦਾ ਨਾ ਜਦੋਂ ਪੜ੍ਹਦੇ ਯਕ ਅਰਜ਼ ਗੁਫਤਮ ਪੇਸ਼ ਤੋਂ ਦਰਗੋਸ਼ ਕੁਨ ਕਰਤਾਰ ਹੱਕਾ ਕਬੀਰ ਕਰੀਮ ਤੋਂ ਬੇਐ ਪਰਵਦਿਗਾਰ। ਚੰਗਾ ਤਾਂ ਲੱਗਦਾ ਹੈ ਨਾ। ਜੇ ਚੰਗਾ ਲੱਗਦਾ ਹੈ ਤੇ ਮੁਬਾਰਕ ਹੈ। ਹਾਂ ਸਮਝ ਆਉਂਦੀ ਤੇ ਅਲੱਗ ਗੱਲ ਹੈ, ਚੰਗਾ ਹੈ, ਸਿਆਣੇ ਹੋ ਤੁਸੀਂ, ਵਿਦਵਾਨ ਹੋ, ਪਰ ਜੇ ਚੰਗਾ ਲੱਗਣ ਲੱਗ ਪਏ ਤੇ ਗੁਰਸਿੱਖ ਹੋ। ਬਸ ਇਹ ਭੇਤ ਹੈ। ਜੇ ਸਮਝ ਆਉਂਦਾ ਤੇ ਵਿਦਵਾਨ ਜੇ, ਸਿਆਣੇ ਜੇ, ਪੜ੍ਹੇ ਲਿਖੇ ਜੇ, ਤੇ ਜੇ ਚੰਗਾ ਲੱਗਣ ਲੱਗ ਪਿਆ, ਪਿਆਰ ਆਉਣ ਲੱਗ ਪਿਆ, ਗੁਰੂ ਬਾਣੀ ਦੀ ਤੁਕ ਸਮਝ ਥੋੜ੍ਹੀ ਥੋੜ੍ਹੀ ਪੱਲੇ ਪੈਂਦੀ, ਨਹੀਂ ਤੇ ਹੋਰ ਸਮਝ ਨਾ ਵੀ ਆਵੇ ਨਾ, ਜੇ ਗੁਰਬਾਣੀ ਪ੍ਰਤੀ ਪ੍ਰੇਮ ਵਧਣ ਲੱਗ ਪੈਂਦਾ ਹੈ, ਅਦਬ ਵਧਣ ਲੱਗ ਪੈਂਦਾ ਹੈ, ਤੇ ਸਮਝ ਲਓ ਅਸੀਂ ਗੁਰਸਿੱਖੀ ਦੇ ਰਾਹ 'ਤੇ ਥੋੜ੍ਹਾ ਥੋੜ੍ਹਾ ਅੱਗੇ ਤੁਰਨ ਲੱਗ ਪੈਂਦੇ ਹਾਂ। ਕਹਿਣਗੇ ਸਤਿਗੁਰ ਚਰਨ ਹਮ ਭਾਇਆ, ਮੈਨੂੰ ਸਤਿਗੁਰ ਦੇ ਚਰਨ ਤੇ ਸ਼ਬਦ ਨੇ, ਸਤਿਗੁਰ ਕੇ ਚਰਨ ਸ਼ਬਦ ਸਤਿਗੁਰ ਕੋ ਨਾਨਕ ਬਾਂਧਿਓ ਪਾਲ, ਵੀ ਮੇਰੇ ਵਾਸਤੇ ਪਾਲ ਹੈ, ਚੰਗੇ ਲੱਗਣ ਲੱਗ ਪਏ ਨੇ। ਕਹਿਣ ਲੱਗੇ ਹੁਣ ਕੀ ਕਰੇਗਾ, ਇਹਨਾਂ ਚਰਨਾਂ ਦੇ ਇਹਨਾਂ ਸ਼ਬਦਾਂ ਨਾਲ ਮਿਲਦਾ ਕੀ ਤੈਨੂੰ? ਆ ਕਿਤੇ ਕਿਸੇ ਗੁਰਸਿੱਖ ਤੋਂ ਪੁੱਛੀਏ, ਇੱਥੇ ਆ ਕੇ ਰੋਜ਼ ਸਵੇਰੇ ਆ ਕੇ ਅੱਖਾਂ ਮੀਟ ਕੇ ਬੈਠ ਜਾਣਾ ਹੈ, ਇਹ ਤਾਂ ਉਹੀ ਆਸਾ ਕਿ ਵਾਰ ਰੋਜ਼ ਪੜ੍ਹਦੇ ਨਹੀਂ ਨਾ। ਠੀਕ ਹੈ, ਵਿੱਚ ਵਿੱਚ ਸ਼ਬਦ ਵੱਖਰਾ ਲਾ ਦਿੰਦੇ ਨੇ, ਪਰ ਬਹੁਤਾਤ ਵਿੱਚ ਉਹੀ ਸਭ ਕੁਛ ਹੁੰਦਾ। ਲੋਕ ਨੇ ਰਿਪੀਟ ਹੁੰਦਾ ਜੀ ਉੱਥੇ, ਆਸਾ ਕੀ ਵਾਰ ਤੇ ਰਿਪੀਟ ਹੁੰਦਾ ਨਾ। ਸੰਧਿਆ ਦੇ ਵੇਲੇ ਆਰਤੀ ਤੇ ਰਿਪੀਟ ਹੁੰਦੀ ਨਾ, ਹੋਣੀ ਚਾਹੀਦੀ ਹੈ। ਹਰ ਦਰਬਾਰ 'ਚ ਆਰਤੀ ਤੇ ਦਰਬਾਰ ਸਾਹਿਬ ਰੋਜ਼ਾਨਾ ਹੁੰਦੀ ਹੈ ਨਾ। ਕੋਈ ਕਹਿ ਦੇਵੇ ਨਹੀਂ ਦੇਖੋ ਜੀ ਆਰਤੀ ਤਾਂ ਰਿਪੀਟ ਹੁੰਦੀ ਹੈ, ਸਾਨੂੰ ਹੁਕਮ ਹੈ ਸੁਧਰ ਆਰਤੀ ਗਾਵੀਏ, ਆਰਤੀ ਤੇ ਰਿਪੀਟ ਹੋਣੀ ਹੈ, ਹੋਏਗੀ। ਅਤੇ ਜੋ ਨਹੀਂ ਦਰਬਾਰ ਕਿਸੇ 'ਚ ਕਰਦਾ ਤਾਂ ਫਿਰ ਨਾਦਾਨੀਆਂ ਨੇ, ਕਰਨੀ ਚਾਹੀਦੀ ਹੈ। ਕਹਿਣ ਲੱਗੇ ਕੀ ਮਿਲਦਾ ਹੈ ਤੁਹਾਨੂੰ ਇਹ 'ਚੋਂ, ਬਾਰ-ਬਾਰ ਗਾਉਣ ਨਾਲ, ਬਾਰ-ਬਾਰ ਰਿਪੀਟ ਕਰਨਾ ਕੀ ਮਿਲਦਾ ਹੈ? ਕਹਿਣ ਲੱਗੇ ਪਤਾ, ਤਿਮਰ ਅਗਿਆਨ ਗਵਾਇਆ,
ਜਿਉਂ-ਜਿਉਂ ਇਸ ਨੂੰ ਪ੍ਰੇਮ ਦੇ ਨਾਲ ਸੁਣਦਾ ਪੜ੍ਹਦਾ ਸਮਝਦਾ ਹਾਂ, ਮੇਰੇ ਅੰਦਰ ਦਾ ਅਗਿਆਨਤਾ ਦਾ ਅੰਧਕਾਰ ਮਿਟਦਾ ਚਲਾ ਜਾਂਦਾ ਹੈ। ਇਹ ਸ਼ਬਦ ਦੀਪਕ ਪ੍ਰਗਾਸਿਆ, ਜਿਉਂ-ਜਿਉਂ ਸ਼ਬਦ ਦੀਪਕ ਪ੍ਰਕਾਸ਼ਿਤ ਹੁੰਦਾ ਹੈ, ਤਿਉਂ-ਤਿਉਂ ਅੰਦਰ ਦਾ ਅਗਿਆਨਤਾ ਦਾ ਅੰਧਕਾਰ ਮਿਟਦਾ ਹੈ। ਅਤੇ ਚੇਤਨਾ, ਇਹ ਅਗਿਆਨਤਾ ਅਨਪੜ੍ਹਤਾ ਨਹੀਂ ਹੁੰਦੀ। ਅਸੀਂ ਕਦੇ ਕਦੇ ਅਨਪੜ੍ਹ ਵਿਅਕਤੀ ਨੂੰ ਅਗਿਆਨੀ ਕਹਿ ਦੇ ਕਿ ਨਾ, ਅਨਪੜ੍ਹ ਅਗਿਆਨੀ ਨਹੀਂ ਹੁੰਦੇ, ਬੜੇ ਸਿਆਣੇ ਹੁੰਦੇ। ਕਈ ਵਾਰੀ ਮਤ ਖੈਰ ਸੇ ਕਿ ਭੁਲੇਖੇ 'ਚ ਕੋਈ ਰਹੇ ਕਿ ਜਿਹੜੇ ਅਨਪੜ੍ਹ ਨੇ ਉਹ ਅਗਿਆਨੀ ਹੁੰਦੇ, ਨਹੀਂ। ਅਗਿਆਨੀ ਕੋਈ ਹੋਰ ਹੁੰਦੇ ਨੇ। ਉਹ ਡਿਗਰੀਆਂ ਦਾ ਕੋਈ ਇਸ ਗਿਆਨ ਦੇ ਨਾਲ ਕੋਈ ਫਰਕ ਨਹੀਂ। ਉਹ ਸਿਆਣਾ ਪੈ ਸਕਿੱਲ ਹੈ ਸੰਸਾਰ ਦੀ ਲੱਗ। ਗਿਆਨੀ ਉਹ ਹੈ ਜੋ ਸੱਤ ਨੂੰ ਵਿਚਾਰਦਾ ਹੈ, ਜੋ ਸੰਤੋਖ ਨੂੰ ਸਮਝਦਾ ਹੈ, ਜਿਹਦੇ ਅੰਦਰ ਦਇਆ ਦੀ ਵਿਚਾਰ ਚੱਲਦੀ ਹੈ, ਜਿਹਦੇ ਅੰਦਰ ਧਰਮ ਹੈ। ਇਹ ਪੰਜ ਚੀਜ਼ਾਂ ਜਿਹਦੇ ਕੋਲ ਨੇ, ਗੁਰੂ ਨਾਨਕ ਸਾਹਿਬ ਜੀ ਉਸ ਨੂੰ ਗਿਆਨੀ ਕਹਿੰਦੇ ਨੇ। ਗੁਣ ਵਿਚਾਰੇ ਗਿਆਨੀ ਸੋਏ, ਗੁਣ ਮਹਿ ਗਿਆਨ ਪ੍ਰਾਪਤ ਹੋਏ। ਤੇ ਸ਼ੁਭ ਗੁਣ ਕਿਹੜੇ ਨੇ? ਸਤ, ਸੰਤੋਖ, ਦਇਆ, ਧਰਮ ਤੇ ਧੀਰਜ। ਇਹ ਸ਼ੁਭ ਗੁਣ ਜੇ ਹੈ ਨੇ ਤੇ ਗਿਆਨੀ ਆ, ਤੇ ਜੇ ਇਹ ਨਹੀਂ ਤੇ ਅਗਿਆਨੀ ਹੈ। ਪੜ੍ਹਿਆ ਲਿਖਿਆ ਜਿੰਨਾ ਮਰਜ਼ੀ ਹੈ, ਅਸੀਂ ਦੁਨੀਆ ਦੇ 4 ਕਿਤਾਬਾਂ 6 ਕਿਤਾਬਾਂ ਪੋਠੀਆਂ 4 ਵੇਦ ਯਾਦ ਕੀਤੇ ਹੋਣਗੇ, ਪਰ ਜੇ ਅਸੀਂ ਲਾਲਚ ਕਰਦੇ ਹਾਂ, ਪਰਾਇਆ ਹੱਕ ਖਾਂਦੇ ਹਾਂ, ਤੇ ਫਿਰ ਅਸੀਂ ਅਗਿਆਨੀ ਹੈ। ਫਿਰ ਅਸੀਂ ਪੜ੍ਹਿਆ ਮੂਰਖ ਹਾਂ। ਜੇ ਸਾਨੂੰ ਇੱਕ ਪਾਸੇ ਪੜ੍ਹਦੇ ਹਾਂ ਕਿ ਇੱਕ ਪਾਸੇ ਤੇ ਪੜ੍ਹਦੇ ਹਾਂ ਬੜੇ ਸ਼ੌਕ ਦੇ ਨਾਲ, ਹੱਕ ਪਰਾਇਆ ਨਾਨਕਾ ਸੂਰ ਸੁਗਾਏ, ਬੜੇ ਸ਼ੌਕ ਨਾਲ ਪੜ੍ਹਿਆ, ਪਰ ਹੱਕ ਪਰਾਇਆ ਫਿਰ ਖਾ ਲਿਆ, ਬਾਹਰ ਜਾ ਕੇ ਚੁੱਕ ਵੀ ਲਿਆ, ਤੇ ਫਿਰ ਅਸੀਂ ਅਗਿਆਨੀ ਹੈ, ਮੂਰਖ ਹਾਂ। ਮਹਾਰਾਜ ਕਹਿਣ ਲੱਗੇ, ਜਿਉਂ-ਜਿਉਂ ਬਾਣੀ ਪੜ੍ਹਦੇ ਸੁਣਦੇ ਹਾਂ, ਸਾਨੂੰ ਆਪਣੇ ਅੰਦਰੋਂ ਵੇਖਣਾ ਹੈ ਕਿ ਮੇਰੇ ਅੰਦਰੋਂ ਇਹ ਬੁਰਾਈਆਂ ਮਿਟ ਗਈਆਂ। ਤੇ ਮਹਾਰਾਜ ਪੈਮਾਨਾ ਦਿੰਦੇ ਨੇ, ਤਿਮਰ ਅਗਿਆਨ ਗਵਾਇਆ। ਹੌਲੀ ਹੌਲੀ ਇਹ ਅਗਿਆਨਤਾ ਦਾ ਜੋ ਅੰਧਕਾਰ ਹੈ, ਜਿਹਦੇ 'ਚੋਂ ਭਰਮ ਭੁਲੇਖੇ ਤੇ ਭੈ ਪ੍ਰਾਪਤੀਆਂ ਹੁੰਦੀਆਂ ਨੇ। ਯਾਦ ਰੱਖਣਾ, ਅਗਿਆਨਤਾ ਦੀ ਜੋ ਪ੍ਰਾਪਤੀ ਹੈ ਭਰਮ ਹੈ, ਭੁਲੇਖਾ ਹੈ ਤੇ ਭੈ ਹੈ। ਜਿਉਂ-ਜਿਉਂ ਸਾਡੇ ਮਨ 'ਚੋਂ ਭਰਮ ਮਿਟਣ ਲੱਗ ਪਏ, ਭੁਲੇਖੇ ਦੂਰ ਹੋਣ ਲੱਗ ਪਏ, ਭੈ ਮਿਟਣ ਲੱਗ ਪਿਆ, ਤੇ ਸਮਝ ਲਓ ਅਸੀਂ ਸਹੀ ਮਾਰਗ 'ਤੇ ਤੁਰੇ ਜਾਂਦੇ ਹਾਂ। ਕਿਉਂਕਿ ਸਤਿਗੁਰੂ ਨੇ ਆਪ ਦੱਸਿਆ ਨਾ, ਜਿਉਂ-ਜਿਉਂ ਬਾਣੀ ਪੜ੍ਹੋਗੇ, ਵਾਹਿਗੁਰੂ ਕਾ ਜਪ ਕਰੋਗੇ, ਭੈ ਮਿਟੇਗਾ। ਭੈ ਕਹੋ ਭੈ ਪੜਿਆ, ਡਰ ਨੂੰ ਵੀ ਡਰ ਪੈ ਜਾਏਗਾ, ਗੁਰੂ ਕਾ ਡਰ ਮਿਟ ਜਾਏਗਾ। ਇਹ ਭਉ ਮਿਟਦਾ ਏ, ਇਹ ਸਾਰੀਆਂ ਭੁੱਖਾਂ ਨੂੰ ਖਾ ਜਾਂਦੀ ਏ, ਗੁਰ ਸ਼ਬਦ ਦੀ ਭੁੱਖ। ਨਿਰਭਉ ਜਪੈ ਸਕਲ ਭਉ ਮਿਟੈ, ਨਿਰਭੈਤਾ ਪ੍ਰਾਪਤ ਹੋਣ ਲੱਗ ਪੈਂਦੀ ਹੈ। ਤਿਮਰ ਅਗਿਆਨ ਗਵਾਇਆ, ਗੁਰ ਗਿਆਨ ਸਤਿਗੁਰੂ ਪਾਇਆ ਰਾਮ। ਸਤਿਗੁਰੂ ਕੀ ਦਿੰਦੇ ਨੇ? ਗੁਰੂ ਗਿਆਨ। ਅਸੀਂ ਕਹਾਂਗੇ ਸਤਿਗੁਰੂ ਗਿਆਨ ਤੇ ਗੁਰੂ ਗਿਆਨ ਅਲੱਗ-ਅਲੱਗ ਹੈ, ਨਹੀਂ। ਜਿਵੇਂ ਅਸੀਂ ਪਿਤਾ ਨੂੰ ਮਿਲਾਂਗੇ ਤੇ ਪਿਤਾ ਤੋਂ ਪਿਤਾ ਦਾ ਪਿਆਰ ਮਿਲੇਗਾ, ਮਾਂ ਤੋਂ ਮਾਤਾ ਦਾ ਪਿਆਰ ਮਿਲੇਗਾ, ਭਰਾ ਤੋਂ ਭਰਾ ਦਾ ਪਿਆਰ ਮਿਲੇਗਾ। ਇਵੇਂ ਗੁਰੂ ਕੋਲੋਂ ਕਿਹਦਾ ਗਿਆਨ ਮਿਲੇਗਾ? ਗੁਰੂ ਦਾ ਗਿਆਨ ਹੀ ਮਿਲੇਗਾ ਨਾ। ਤੁਸੀਂ ਕਿਸੇ ਅਨਮਤ ਕੋ ਜਾਵਾਂਗੇ, ਉਹ ਆਪਣਾ ਗਿਆਨ ਦੇਵੇਗਾ। ਕਦੇ ਕਦੇ ਲੋਕ ਕਹਿੰਦੇ ਨੇ ਕਿ ਗਿਆਨ ਗੁਰੂ ਹੈ। ਚੰਗੀ ਗੱਲ ਹੈ ਜੀ, ਗਿਆਨ ਗੁਰੂ ਹੈ, ਪਰ ਗਿਆਨ ਕਿਸ ਦਾ ਹੈ ਇਹ ਤੇ ਧਿਆਨ ਰੱਖਣਾ। ਗਿਆਨ ਤੇ ਗੁਰੂ ਹੈ, ਚੰਗੀ ਗੱਲ ਹੈ, ਠੀਕ ਹੈ, ਪਰ ਗਿਆਨ ਕਿਸ ਦਾ ਹੈ? ਗਿਆਨ ਕਿਹ ਹੈ? ਗੁਰੂ ਦਾ ਹੈ। ਹੁਣ ਉਹ ਜਿਸ ਗੁਰੂ ਦਾ ਗਿਆਨ ਹੈ, ਆਪਾਂ ਤੇ ਉਹਦੇ ਮੁਤਾਬਕ ਹੀ ਹੋ ਜਾਣਾ ਹੈ ਨਾ। ਇਸ ਕਰਕੇ ਗੁਰ ਗਿਆਨ ਅੰਜਨ, ਗੁਰੂ ਗਿਆਨ ਦਾ ਸੁਰਮਾ। ਆ ਪੜ੍ਹਦੇ ਨਾ, ਗਿਆਨ ਅੰਜਨ ਗੁਰ ਦੀਆ। ਅੱਜ ਲਗੇ ਗਿਆਨ ਅੰਜਨ ਗੁਰ ਪਾਇਆ ਰਾਮ। ਇਹ ਗਿਆਨ ਦਾ ਸੁਰਮਾ, ਗੁਰਮਤਿ ਗਿਆਨ ਦਾ ਸੁਰਮਾ ਸਤਿਗੁਰੂ ਦੇ ਦੁਆਰਾ ਸਾਨੂੰ ਪ੍ਰਾਪਤ ਹੁੰਦਾ ਹੈ। ਅਤੇ ਜਿਨ੍ਹਾਂ ਨੂੰ ਗੁਰਮਤਿ ਗਿਆਨ ਦਾ ਸੁਰਮਾ ਮਿਲਦਾ ਹੈ, ਜਿਨ੍ਹਾਂ ਦੇ ਨੇਤਰ ਦਿਵ ਦ੍ਰਿਸ਼ਟੀ ਨਾਲ ਖੁੱਲ੍ਹ ਜਾਂਦੇ ਨੇ, ਗੁਰ ਗਿਆਨ ਅੰਜਨ ਸਤਿਗੁਰੂ ਪਾਇਆ। ਯਾਦ ਰੱਖਣਾ, ਇਹ ਗਿਆਨ ਦਾ ਦਾਤਾ ਸਤਿਗੁਰੂ ਹੈ, ਗੁਰਮਤਿ ਗਿਆਨ ਦਾ ਦਾਤਾ ਸਤਿਗੁਰੂ ਹੈ। ਅਤੇ ਜਦੋਂ ਗੁਰਮਤਿ ਗਿਆਨ ਸਤਿਗੁਰੂ ਦੇ ਦੁਆਰਾ ਸਾਨੂੰ ਪ੍ਰਾਪਤ ਹੁੰਦੀ ਹੈ, ਫਿਰ ਕਹਿਣ ਲੱਗੇ ਅਗਿਆਨ ਅੰਧੇਰ ਵਿਨਾਸ਼ੇ। ਫਿਰ ਹਿਰਦੇ ਦੇ ਵਿੱਚੋਂ ਅਗਿਆਨਤਾ ਦਾ ਅੰਧਕਾਰ ਪੂਰੀ ਤਰ੍ਹਾਂ ਵਿਨਾਸ਼ ਹੋ ਜਾਂਦਾ ਹੈ। ਜਿਵੇਂ ਅਸੀਂ ਕਹੀਏ ਕਿ ਅਸੀਂ ਦੀਵਾ ਜਗਾ ਲਿਆ, ਚਾਨਣਾ ਹੋ ਗਿਆ, ਅਤੇ ਅੰਧਕਾਰ ਆਪੇ ਮਿਟੇਗਾ ਨਾ। ਹੁਣ ਅਸੀਂ ਕਹਿ ਸਕਦੇ ਨਾ ਕਿ ਜੋ ਚਾਨਣ ਹੈ ਉਹ ਦੀਪਕ ਦਾ ਹੈ, ਉਹ ਚਾਨਣ ਹੈ ਕਿ ਮੋਮਬੱਤੀ ਦਾ ਹੈ,
कि चानण है किसी बिजली ना कीता। असीं व्याख्यावां करदे ने कि चानण कितों प्राप्त होया जे, ते इस तरह रखना ज्ञान कितों प्राप्त होया जे दसना पएगा। ज्ञान किसदा वरत रहे हो दस सकदे आ। ज्ञान असीं दार्शनिकां दा वरत लैने आ, ज्ञान साइंस वालिਆਂ ਦਾ ਵਰਤ ਲੈਨੇ ਆ। ਗਿਆਨ ਕਿਹਦਾ ਵਰਤਦੇ ਹੋ? ਉਹੀ ਤੁਹਾਡਾ ਗੁਰੂ ਜੀ। ਜਿਸ ਦਾ ਗਿਆਨ ਅਸੀਂ ਤੁਸੀਂ ਵਰਤ ਰਹੇ ਹਾਂ ਉਹੀ ਸਾਡਾ ਗੁਰੂ ਹੈ। ਤੇ ਅਸੀਂ ਨਾਨਕ ਗੁਰੂ ਗੋਬਿੰਦ ਸਿੰਘ ਜੀ ਦਾ ਗਿਆਨ ਵਰਤਦੇ ਹਾਂ, ਇਸ ਕਰਕੇ ਸਾਡੇ ਗੁਰੂ ਨੇ। ਅਸੀਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਜੋ ਗਿਆਨ ਲਿਖੇ ਅਸੀਂ ਉਹ ਵਰਤਦੇ ਹਾਂ, ਇਸ ਕਰਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਸਾਡੇ ਗੁਰੂ ਨੇ। ਆਕਾਰ ਗੁਰੂ ਨਹੀਂ ਗਏ, ਇਹ 'ਚ ਜੋ ਗਿਆਨ ਹੈ ਲੇਕਿਨ ਗਿਆਨ ਗੁਰੂ ਗ੍ਰੰਥ ਸਾਹਿਬ ਜੀ ਦਾ ਹੈ। ਤੇ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਜੋ ਗਿਆਨ ਹੈ ਇਹ ਨਾਨਕ ਗੁਰੂ ਗੋਬਿੰਦ ਸਿੰਘ ਜੀ ਦਾ ਹੈ, ਨਾਨਕ ਜੋਤ ਦਾ ਗਿਆਨ ਹੈ। ਇਸ ਕਰਕੇ ਨਾਨਕ ਜੋਤ ਸਾਡੀ ਗੁਰੂ ਹੈ। ਗੁਰੂ ਨੇ ਸਾਨੂੰ ਅਗਿਆਨ ਤੇ ਅੰਧਕਾਰ ਦਾ ਵਿਨਾਸ਼ ਕਰ ਦਿੱਤਾ। ਕਹਿਣ ਲੱਗੇ ਤਿਮਰ ਅਗਿਆਨ ਗਵਾਇਆ, ਗੁਰ ਗਿਆਨ ਅੰਜਨ ਗੁਰ ਪਾਇਆ ਰਾਮ, ਗੁਰ ਗਿਆਨ ਅੰਜਨ ਸਤਿਗੁਰੂ ਪਾਇਆ, ਅਗਿਆਨ ਅੰਧੇਰ ਵਿਨਾਸ਼ੇ। ਮਹਾਰਾਜ ਫਿਰ ਮੈਂ ਕੀ ਕਰਾਂ ਤਾਂ ਕਿ ਮੈਨੂੰ ਵੀ ਮਿਲ ਜੇ। ਕਹਿਣ ਲੱਗੇ ਸਤਿਗੁਰ ਸੇਵ ਪਰਮ ਪਦ ਪਾਇਆ। ਇਹ ਗਿਆਨ ਅੰਜਨ ਪ੍ਰਾਪਤ ਕਰਨ ਵਾਸਤੇ ਗੁਰੂ ਦੀ ਸੇਵਾ ਕਰਨੀ ਪੈਣੀ ਹੈ। ਹੁਣ ਕੋਈ ਕਹੇ ਕਿ ਮੈਂ ਗੁਰੂ ਕੀ ਸੇਵਾ ਤੇ ਕਰਦਾ ਨਹੀਂ, ਤੇ ਸੇਵਾ ਕਰਨ ਦਾ ਮਤਲਬ ਹੈ ਸਮਰਪਣ ਕਰਨਾ। ਆਪਣੇ ਸੇਵਾ ਕਰਨ ਦਾ ਮਤਲਬ ਹੈ ਆਪਣੇ ਗੁਰੂ ਦੇ ਹੁਕਮ ਨੂੰ ਸੱਤ ਕਰਕੇ ਮੰਨਣਾ। ਆ ਘਰਾਂ ਦੇ ਵਿੱਚ ਅਸਾਂ ਅੱਜ ਕੱਲ੍ਹ ਸ਼ਬਦ ਬਣ ਗਿਆ ਨੌਕਰ ਰੱਖੇ ਨੇ, ਤੁਸੀਂ ਕੀ ਕਹਿੰਦੇ ਸੇਵਾਦਾਰ ਸੇਵਕ। ਹੁਣ ਸੇਵਾਦਾਰ ਮਾਲਕ ਦਾ ਹੁਕਮ ਹੀ ਨਾ ਮੰਨਦਾ ਹੋਵੇ ਤੇ ਮਾਲਕ ਤੋਂ ਕੀ ਤਨਖਾਹ ਦਾ ਹੱਕਦਾਰ ਬਣਦਾ ਹੈ? ਮਾਲਕ ਕਹਿੰਦਾ ਜੀ ਇੰਨੇ ਵਜੇ ਕੰਮ ਕਰਨਾ, ਸੇਵਾਦਾਰ ਕਹਿੰਦਾ ਨਾ ਜੀ ਮੈਂ ਤਾਂ ਸ਼ਾਮੀ ਕਰੂੰਗਾ। ਤੇ ਉਸ ਸੇਵਾਦਾਰ ਨੂੰ ਕੀ ਇਨਾਮ ਤੇ ਤਨਖਾਹ ਮਿਲੇਗੀ? ਕਹੇਗਾ ਭਾਈ ਜਾਤ ਮੈਂ ਹੋਰ ਰੱਖ ਲਈ ਨਾ। ਸੇਵਾਦਾਰ ਦਾ ਮਤਲਬ ਹੈ, ਸੇਵਕ ਦਾ ਮਤਲਬ ਹੈ ਜੋ ਗੁਰੂ ਕਹਿ ਰਹੇ ਨੇ, ਜਦੋਂ ਗੁਰੂ ਕਹਿ ਰਹੇ ਨੇ, ਜਦੋਂ ਕਹਿੰਦੇ ਨੇ, ਜੋ ਕਹਿੰਦੇ ਨੇ। ਸੇਵਕ ਦੇ ਕੋਲ ਇਨਕਾਰ ਨਹੀਂ ਹੁੰਦੀ, ਨੌਕਰ ਦੇ ਕੋਲ ਇਨਕਾਰ ਨਹੀਂ। ਨੌਕਰ ਦੇ ਕੋਲ ਨੰਨਾ ਸ਼ਬਦ ਨਹੀਂ ਹੁੰਦਾ, ਹਾਂ ਹੁੰਦਾ ਹੈ। ਅੱਜ ਜਿਨ੍ਹਾਂ ਫੋਰਸਾਂ 'ਚ ਕੰਮ ਕੀਤਾ ਯਸ ਬਸ ਹਾਂਜੀ, ਜੋ ਮਾਲਕ ਕਹਿੰਦੇ ਨੇ ਸੱਤ ਹੈ। ਕਿਉਂਕਿ ਘਾਟਾ ਤੇ ਨਫਾ ਵੀ ਤੇ ਮਾਲਕ ਦਾ ਹੈ ਨਾ। ਨੌਕਰ ਨੂੰ ਤੇ ਇਨਾਮ ਮਿਲਣਾ ਹੈ, ਤਨਖਾਹ ਮਿਲਣੀ ਹੈ। ਇਸ ਕਰਕੇ ਜੋ ਗੁਰ ਕਹੈ ਸੋਈ ਭਲ ਮਾਨੋ, ਹਰ ਹਰ ਕਥਾ ਨਿਰਾਲੀ। ਸਤਿਗੁਰ ਸੇਵ ਪਰਮ ਪਦ ਪਾਇਆ। ਜਿਨ੍ਹਾਂ ਨੇ ਸਤਿਗੁਰੂ ਦੀ ਸੇਵਾ ਕੀਤੀ ਹੈ ਉਹਨਾਂ ਨੂੰ ਹੀ ਪਰਮ ਪਦਵੀਆਂ ਪ੍ਰਾਪਤ ਹੋਈਆਂ ਨੇ। ਭਾਵੇਂ ਉਹ ਨਾਮ ਅਸੀਂ ਭਾਈ ਮੰਝ ਜੀ ਦਾ ਲੈ ਲਈਏ, ਭਾਈ ਪਾਰੋ ਜੁਲਕਾ ਜੀ ਦਾ ਲੈ ਲਈਏ, ਕਿਸੇ ਦਾ ਵੀ ਲੈ ਲਈਏ, ਸਾਡੇ ਕੋਲ ਸੈਂਕੜੇ ਹਜ਼ਾਰਾਂ ਨਾਮ ਨੇ। ਪਰਮ ਪਦਵੀ 'ਤੇ ਪਹੁੰਚੇ ਹੋਏ ਵੀ ਬਹੁਤ ਸਾਰੇ ਨਾਮ ਨੇ, ਪਰ ਉਹੀ ਨੇ ਜਿਨ੍ਹਾਂ ਨੇ ਸਤਿਗੁਰੂ ਦੀ ਸੇਵਾ ਕੀਤੀ। ਅੱਜ ਵੀ ਜੋ ਆਪਣੇ ਸਤਿਗੁਰੂ ਦੀ ਸੇਵਾ ਕਰੇਗਾ ਇਹ ਪਰਮ ਪਦਵੀ ਉਸੇ ਨੂੰ ਮਿਲੇਗੀ। ਜਿਵੇਂ ਵਿਦਿਆ ਦੇ ਸੈਕਟਰ ਵਿੱਚ ਜਿਹੜਾ ਰੱਜ ਕੇ ਪੜ੍ਹਾਈ ਕਰੇਗਾ ਉੱਚੀਆਂ ਪਦਵੀਆਂ ਉਹਨੂੰ ਹੀ ਮਿਲਣਗੀਆਂ, ਟਾਪ ਪੋਸਟ ਉਹੀ ਜਾਏਗਾ। ਅੱਜ ਕਹਿਣ ਲੱਗੇ ਫਿਰ ਸਤਿਗੁਰ ਸੇਵ ਪਰਮ ਪਦ ਪਾਇਆ। ਕਿੱਦਾਂ ਸੇਵਾ ਕੀਤੀ ਜੇ ਭਾਈ? ਕਹਿਣ ਲੱਗੇ ਸੇਵਾ ਦਾ ਪਹਿਲਾ ਸਟੈਪ ਹੈ ਹਰ ਜਪਿਆ, ਜਪ ਕਰਨਾ ਪੈਣਾ। ਤੇ ਜਪ ਦਾ ਮਤਲਬ ਇਹ ਥੋੜ੍ਹਾ ਕਿਸੇ ਨੁਕਰੇ ਲਾ ਕੇ ਰਾਮ ਰਾਮ ਵਾਹਿਗੁਰੂ ਵਾਹਿਗੁਰੂ ਜਪਣ ਲੱਗ ਪਏ, ਨਹੀਂ। ਜਪ ਦਾ ਮਤਲਬ ਹੁੰਦਾ ਸਮਗਰਤਾ ਨਾਲ ਸਮਰਪਣ। ਹੁਣ ਮੇਰਾ ਮੁਝ ਮੇ ਕਿਛ ਨਹੀਂ, ਜੋ ਕਿਛ ਹੈ ਸੋ ਤੇਰਾ। ਤੇਰੇ ਜਪ ਦਾ ਮਤਲਬ ਹੈ ਤੂੰ ਹੀ ਹੈ, ਤੇਰਾ ਹੀ ਹੁਕਮ ਵਰਤਦਾ ਹੈ। ਜਪ ਕਰਨ ਵਾਲੇ ਨੂੰ ਇਹ ਦੋ ਖਿਆਲ ਆਪਣੇ ਦਿਲ ਵਿੱਚ ਪੱਕੇ ਕਰ ਲੈਣੇ ਨੇ। ਤੂੰ ਹੀ ਹੈ, ਤੇਰਾ ਹੀ ਹੁਕਮ ਵਰਤੈ। ਜਿਉਂ ਜਿਉਂ ਤੇਰਾ ਹੁਕਮ ਤਿਵੈ ਤਿਵ ਹੋਵਣਾ। ਔਰ ਇਹ ਖਿਆਲ ਕਰਨਾ ਸਭ ਕੁਛ ਤੂੰ ਹੈ, ਤੂੰ ਹੈ, ਤੂੰ ਹੀ ਹੈ, ਤੇਰਾ ਹੀ ਹੁਕਮ ਵਰਤ ਰਿਹਾ ਹੈ। ਤੇ ਦੋ ਖਿਆਲ ਮਨ 'ਚ ਪੱਕੇ ਹੋ ਜਾਣ ਫਿਰ ਬੈਠ ਕੇ ਕਰ ਜਪ ਵਾਹਿਗੁਰੂ ਵਾਹਿਗੁਰੂ। ਅਭਿਆਸੀ ਜਪਦੇ ਨੇ ਤੂੰ ਹੀ ਵਾਹਿਗੁਰੂ, ਤੂੰ ਹੀ ਵਾਹਿਗੁਰੂ ਹੈ, ਤੂੰ ਹੋਵਨਹਾਰ। ਜਪ ਸਾਸ ਗਿਰਾਸੇ, ਔਰ ਇਹ ਜਾਪ ਵੀ ਸਾਸ ਗਿਰਾਸ ਕਰਨਾ ਪੈਣਾ। ਇਹ ਨਹੀਂ ਕਿ ਘੜੀ ਅੱਧੀ ਘੜੀ ਕੀਤਾ ਫਿਰ ਦੁਨੀਆ ਦੇ ਹੋਰਨਾਂ ਕਾਰਾਂ ਵਿਹਾਰਾਂ 'ਚ ਮਸ਼ਗੂਲ ਹੋਣ ਦੇ ਨਾਲ ਨਿੰਦਾ ਚੁਗਲੀ 'ਚ ਵੜ ਗਏ। ਜਪ ਦਾ ਮਤਲਬ ਹੈ ਹਰ ਸਮੇਂ ਧਿਆਨ ਰੱਖਣਾ, ਹਰ ਸਮੇਂ ਇੱਕ ਧਿਆਨ ਰੱਖਣਾ ਕਿ ਗੁਰੂ ਦੇਖਦੇ ਨੇ। ਜਿਵੇਂ ਆ ਦੇਖਿਆ ਨਾ, ਆ ਜੋਬ ਕਰਨ ਵਾਲੇ ਨੂੰ ਪਤਾ ਹੁੰਦਾ ਹਰ ਵਕਤ
ਵੀ ਇਹ 8-10 ਘੰਟੇ ਆਪਣੇ ਮਾਲਕ ਦੇ ਸਮਰਪਿਤ ਨੇ, ਇਹ 8-10 ਘੰਟਿਆਂ 'ਤੇ ਸਾਡੇ 'ਤੇ ਮਾਲਕ ਦੀ ਨਜ਼ਰ ਹੈ। ਅੱਜ ਤੇ ਵੇਖਦੇ ਹੋ ਨਾ, ਦੀਵਾਰਾਂ ਦੇ ਉੱਤੇ ਮਾਲਕਾਂ ਨੇ ਆਪਣੀਆਂ ਅੱਖਾਂ ਟੰਗੀਆਂ ਨੇ, ਹਰ ਵਕਤ ਤੁਹਾਨੂੰ ਦੇਖ ਰਹੇ ਨੇ, ਉਹਨਾਂ ਦੇ ਡਰ ਦੇ ਨਾਲ ਕੰਮ ਕਰਦੇ ਹੋ। ਅਤੇ ਜੇ ਤਰ੍ਹਾਂ ਇਹ ਅੱਖਾਂ 'ਤੇ ਬੰਦ ਹੋ ਸਕਦੀਆਂ ਨੇ, ਕਰੰਟ ਬੰਦ ਹੋ ਗਿਆ ਤੇ ਪਰ ਸਾਹਿਬ ਦੀ ਨਜ਼ਰਾਂ 'ਤੇ ਹਰ ਵਕਤ ਚੱਲਦੀਆਂ ਨੇ। ਦੇ ਕਿਵਾਰ ਅਨਕ ਪੜਦੇ ਮਹਿ ਪਰਦਾਰਾ ਸੰਗ ਫਾਕੈ, ਦਰਵਾਜ਼ੇ ਬੰਦ ਕਰ ਸਕਦੇ ਹਾਂ, ਪਰਦੇ ਲਗਾ ਸਕਦੇ ਹਾਂ, ਪਰ ਚਿੱਤਰਗੁਪਤ ਜਬ ਲੇਖਾ ਮੰਗੇ ਕੌਣ ਪੜਦਾ ਤੇ ਰਟਾਕੇ। ਇਸ ਕਰਕੇ ਜਪ ਦਾ ਮਤਲਬ ਕੇਵਲ ਰਟਨ ਤੋਤਾ ਰਟਨ ਹੀ ਨਹੀਂ ਹੈ, ਜਪ ਦਾ ਮਤਲਬ ਪੂਰਨ ਸਮਗਰ ਧਿਆਨ ਵੀ ਹੈ। ਜਪ ਦਾ ਮਤਲਬ ਸਮਗਰ ਧਿਆਨ ਹੈ। ਸਾਜ਼ ਕੀ ਰਸ ਹੈ, ਫਿਰ ਕਹਿਣ ਲੱਗੇ ਜਿਹਨੇ ਕਰ ਲਿਆ, ਜਿਹਨੇ ਇਹ ਕੰਮ ਅਰੇ ਇਹ ਕੰਮ ਅਸਾਂ ਕਰਨਾ, ਇੱਕ ਸਿਆਣੇ ਵਿਦਿਆਰਥੀ ਵਾਂਗ ਕਰਨਾ। ਜਿਨ ਕੋ ਹਰ ਪ੍ਰਭ ਕਿਰਪਾ ਧਾਰੀ, ਤੇ ਫਿਰ ਜਿਨ੍ਹਾਂ 'ਤੇ ਕਿਰਪਾ ਹੁੰਦੀ ਹੈ, ਤਿੰਨ ਸਤਿਗੁਰ ਸੇਵਾ ਲਾਇਆ, ਫਿਰ ਉਹਨਾਂ ਨੂੰ ਅਗਲੀ ਪਦਵੀ ਮਿਲਦੀ, ਉਹਨੂੰ ਅਗਲੀ ਜਮਾਤ 'ਤੇ ਚੜ੍ਹਾ ਦਿੱਤਾ ਜਾਂਦਾ ਹੈ, ਉਹਨੂੰ ਅਗਲੇ ਥਾਵਾਂ 'ਤੇ ਮਿਲ ਜਾਂਦਾ ਹੈ। ਜਿਵੇਂ ਅਸੀਂ ਦੇਖਦੇ ਹਾਂ, ਪਹਿਲਾਂ ਭਾਈ ਕਨ੍ਹਈਆ ਜੀ ਘੋੜਿਆਂ ਦੀ ਸੇਵਾ ਕਰਦੇ ਨੇ, ਫਿਰ ਭਾਈ ਕਨ੍ਹਈਆ ਜੀ ਲੰਗਰਾਂ ਦੀ ਸੇਵਾ ਕਰਦੇ ਨੇ, ਫਿਰ ਭਾਈ ਕਨ੍ਹਈਆ ਜੀ ਸਤਿਗੁਰ ਦੇ ਹਜ਼ੂਰ ਖਾਲਸੇ ਦੀ ਸੇਵਾ ਕਰਦੇ ਨੇ। ਕਰਦੇ ਸੇਵਾ ਹੀ ਨੇ, ਸੇਵਕ ਕਹੋ ਸੇਵਾ ਹੀ ਬਣੇ ਆਈ ਹੈ, ਪਰ ਪਹਿਲਾਂ ਘੋੜਿਆਂ ਦੀ, ਫਿਰ ਲੰਗਰਾਂ ਦੇ ਵਿੱਚ, ਤੇ ਫਿਰ ਸਿੱਧੀ ਖਾਲਸੇ ਦੀ। ਕਹਿਣ ਲੱਗੇ ਤਿਨ ਕੋ ਸਤਿਗੁਰੂ ਸੇਵਾ ਲਾਇਆ, ਜਿਨ ਕੋ ਹਰ ਪ੍ਰਭ ਕਿਰਪਾ ਧਾਰੀ। ਇਸ ਤਰ੍ਹਾਂ ਸਮਗਰਤਾ 'ਤੇ ਜੋ ਜਪ 'ਚ ਆ ਜਾਂਦਾ ਹੈ, ਉਹ 'ਤੇ ਜਦ ਸਤਿਗੁਰੂ ਦੀ ਕਿਰਪਾ ਦ੍ਰਿਸ਼ਟੀ ਵਰਦੀ ਹੈ, ਜੋ ਸਤਿਗੁਰੂ ਦੀ ਨਜ਼ਰ 'ਚ ਪਾਸ ਹੋ ਜਾਂਦੇ ਨੇ, ਉਹਨਾਂ ਨੂੰ ਅਗਲੇ ਪੜਾਵਾਂ 'ਤੇ ਲੈ ਜਾਂਦੇ ਨੇ। ਇਸ ਕਰਕੇ ਅਸੀਂ ਕੀ ਕਹੀਏ, ਹਰ ਸਤਿਗੁਰ ਮੇਲ। ਹੇ ਸੱਚੇ ਪਾਤਸ਼ਾਹ, ਮੈਨੂੰ ਵੀ ਮਿਲਾ ਲਓ ਨਾ ਆਪਣੇ ਗੁਰੂ ਰੂਪ ਵਿੱਚ, ਆਪਣੇ ਸਤਿਗੁਰੂ ਸਰੂਪ ਦੇ ਵਿੱਚ, ਆਪਣੀ ਸੰਗਤ ਦੇ ਰੂਪ ਵਿੱਚ, ਆਪਣੇ ਗੁਰਮੁਖਾਂ ਦੇ ਪਿਆਰ ਵਿੱਚ ਮਿਲਾ ਲਓ ਨਾ, ਕਿਉਂਕਿ ਤੁਹਾਨੂੰ ਮਿਲਣ ਦਾ ਇੱਕੋ ਹੀ ਤਰੀਕਾ ਹੈ, ਤੁਹਾਡੇ ਤੱਕ ਪਹੁੰਚ ਦਾ ਇੱਕੋ ਇੱਕ ਤਰੀਕਾ ਹੈ, ਗੁਰਸੰਗਤ ਦਾ ਮਿਲਾਪ। ਇਸੇ ਕਰਕੇ ਸੰਗਤ ਦਾ ਮਿਲਾਪ ਹੀ ਸ਼੍ਰੇਸ਼ਟ ਮਿਲਾਪ ਮੰਨਿਆ ਜਾਂਦਾ ਹੈ। ਕਹਿਣ ਕਿ ਸਤਿਗੁਰ ਮੇਲ, ਹਰ ਸਤਿਗੁਰ ਚਰਨ ਹਮ ਪਾਇਆ। ਬਸ ਤੇਰੇ ਸ਼ਬਦ ਸੰਗਤ ਵਿੱਚ ਆ ਕੇ ਆਪ ਜੀ ਕੇ ਬਚਨ ਚੰਗੇ ਲੱਗਦੇ ਨੇ, ਬਚਨ ਪੜ੍ਹਨੇ ਚੰਗੇ ਲੱਗਦੇ ਨੇ, ਸੁਣਨੇ ਚੰਗੇ ਲੱਗਦੇ ਨੇ। ਜਿਸ ਦਿਨ ਸਾਨੂੰ ਗੁਰਬਾਣੀ ਪੜ੍ਹਨੀ ਚੰਗੀ ਲੱਗਣ ਲੱਗ ਪਈ, ਸੁਣਨੀ ਚੰਗੀ ਲੱਗਣ ਲੱਗ ਪਈ, ਸਮਝ ਲਓ ਅਸੀਂ ਅਗਲੇ ਪੜਾਵ 'ਤੇ ਪਹੁੰਚ ਜਾਵਾਂਗੇ। ਇਤਨੇ ਕੁ ਬਚਨ ਪ੍ਰਵਾਨ ਕਰਨਾ, ਭੁੱਲ ਚੁੱਕ ਦੀ ਖਿਮਾ, ਆਸੀਸ ਅਤੇ ਪਿਆਰ ਦਿੰਦਿਆਂ ਫਤਿਹ ਬੁਲਾਵਣਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।